ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਿਗੁਰ ਕੀ ਕਥਾ ਗੁਣ ਮੰਦਿਰ ਸੁਖ ਕੰਦ। ਵਰਣਨ ਤਿਸ ਕੋ ਅਬ ਕਰੋ ਹੋਵਹਿ ਬਿਘਨ ਨਿਕੰਦ। ਸੁੰਦਰ ਸਤਿਗੁਰ ਕੀ ਕਥਾ ਗੁਣ ਮੰਦਿਰ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਪੂਰਨ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਵਾਲੀਏ ਦੋ ਜਹਾਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਮਹਾਨ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ
ਆਪਣੇ ਇਸ ਸਮੇਂ ਨੂੰ ਸਫਲਾ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਨਿਹਾਲ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਧੁਰਕੀ ਬਾਣੀ ਸੋ ਦਰ ਰਹਿ ਰਾਜ ਸਾਹਿਬ ਉਪਰੰਤ ਅਰਦਾਸ ਹੋਈ। ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ। ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰ ਜੀ ਦੀ ਬਾਣੀ ਸਰਵਣ ਕੀਤੀ। ਹੁਣ ਜੋ ਗੁਰ ਇਤਿਹਾਸ ਜੋ ਆਪ ਪਰਮੇਸ਼ਰ ਗੋਬਿੰਦ ਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ, ਉਹਨਾਂ ਦੀ ਮਹਾਨ ਪਾਵਨ ਪਵਿੱਤਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼, ਜਿਸ ਦੇ ਕਰਤਾ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਗੁੰਥਣ ਕਰਕੇ ਬੜੀ ਮਹਾਨ ਗੁਰੂ ਜੀ ਦੀ ਕਥਾ ਲਿਖੀ ਹੈ। ਉਸ ਕਥਾ ਨੂੰ ਸਰਵਣ ਕਰਨ ਵਾਸਤੇ ਆਪਾਂ ਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਬੈਠੇ ਹਾਂ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਜੀ ਦੀ ਮਹਿਮਾ ਕਰਨ ਤੋਂ ਪਹਿਲਾਂ, ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਪਰਮੇਸ਼ਰ ਸਰੂਪ 10 ਗੁਰੂ ਸਾਹਿਬਾਨਾਂ ਦਾ ਮੰਗਲ, ਮਹਿਮਾ ਦਾ ਮੰਗਲ, ਨਾਮ ਜੋ ਵਾਹਿਗੁਰੂ ਹੈ, ਉਸ ਵਾਹਿਗੁਰੂ ਨਾਮ ਦਾ ਮਹਾਤਮ ਦਾ ਮੰਗਲ, ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਕਵੀ ਸਾਹਿਬ ਜੀ ਨੇ ਬੜੀ ਵਿਸਥਾਰ ਸਹਿਤ ਸਾਧ ਸੰਗਤ ਜੀ ਸਾਨੂੰ ਸਰਵਣ ਕਰਾਈ, ਜੋ ਕਿ ਗੁਰੂ ਜੀ ਦਾ ਦਿੱਤਾ ਹੋਇਆ ਗੁਰਮੰਤਰ ਵਾਹਿਗੁਰੂ ਹੈ ਬੜਾ ਮਹਾਨ। ਭਾਵੇਂ ਕਿ ਜੋ ਵਾਹਿਗੁਰੂ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਹੀ ਅੰਕਿਤ ਕੀਤਾ ਹੈ। ਵਾਹਿਗੁਰੂ ਜੋ ਸ਼ਬਦ ਹੈ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ 13 ਵਾਰ ਆਉਂਦਾ ਹੈ। 3 ਵਾਰ ਵਾਹਿਗੁਰੂ ਆਉਂਦਾ ਹੈ। ਬਾਕੀ ਜੋ ਰਾਮ ਸ਼ਬਦ ਹੈ ਉਹ 2500 2533 ਵਾਰ ਆਉਂਦਾ ਹੈ ਰਾਮ ਸ਼ਬਦ। ਤੇ ਜੋ ਹਰੀ ਸ਼ਬਦ ਹੈ ਉਹ 8000 ਵਾਰ 8000 ਵਾਰ ਦੇ 8000 ਤੋਂ ਵੀ ਵੱਧ ਹਰੀ ਸ਼ਬਦ ਆਉਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਪਰ ਵਾਹਿਗੁਰੂ ਨਾਮ ਦੀ ਜਿਹੜੀ ਮਹਾਨਤਾ 4 ਯੁੱਗਾਂ ਵਿੱਚ ਬੇਅੰਤ ਹੈ। 4 ਯੁੱਗਾਂ ਦੀ ਭਗਤੀ ਵਾਹਿਗੁਰੂ ਨਾਮ ਦੇ ਵਿੱਚ ਦਰਸਾਈ ਗਈ ਹੈ, ਜਿਸ ਵਿੱਚ ਸਾਧ ਸੰਗਤ ਜੀ ਜਿਹੜਾ ਕੋਈ ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ ਉਸ ਦੀ 4 ਯੁੱਗਾਂ ਦੀ ਹੀ ਭਗਤੀ ਹੋ ਜਾਂਦੀ ਹੈ। ਜਿਹੜਾ ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ ਉਸ ਨੂੰ ਕਵੀ ਸਾਹਿਬ ਜੀ ਨੇ ਸਾਧ ਸੰਗਤ ਜੀ ਬੜੇ ਵਿਸਥਾਰ ਸਹਿਤ ਆਪਾਂ ਨੂੰ ਸਰਵਣ ਕਰਾਇਆ ਹੈ। ਅੱਗੇ ਜਿਵੇਂ ਕਵੀ ਸਾਹਿਬ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਭਾਵ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਥੋੜ੍ਹਾ ਮੰਗਲਾਂ ਤੋਂ ਬਾਅਦ ਦੱਸ ਰਹੇ ਹਨ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਕਥਾ ਆਰੰਭ ਕਰਨ ਲੱਗਾ ਹਾਂ, ਜਿਹਦੇ ਵਿੱਚ
ਥੋੜ੍ਹੇ ਥੋੜ੍ਹੇ ਸ਼ਬਦਾਂ ਵਿੱਚ ਹੀ ਸਾਰਾ ਕਵੀ ਸਾਹਿਬ ਜੀ ਦੱਸ ਦੇਣਗੇ ਵੀ ਗੁਰੂ ਨਾਨਕ ਪ੍ਰਕਾਸ਼ ਕਥਾ ਕਿਹੜੀ ਆਏਗੀ। ਉਸ ਦੇ ਬਾਰੇ ਕਵੀ ਸਾਹਿਬ ਜੀ ਜਾਣਕਾਰੀ ਦਿੰਦੇ ਹੋਏ ਆਪਾਂ ਨੂੰ ਅੱਜ ਉਹ ਕਥਾ ਵਿੱਚ ਸਰਵਣ ਕਰਾ ਰਹੇ ਹਨ। ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੰਦਰ ਸਤਿਗੁਰ ਕੀ ਕਥਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਇਹ ਗੁਰੂ ਖਾਲਸਾ ਜੀ ਕਥਾ ਨੂੰ ਸੁਣਨ ਵਾਲੇ ਸਰੋਤੇ ਜਨੋ, ਗੁਰਸਿੱਖੋ, ਇਹ ਸੰਤੋ, ਜੋ ਸਤਿਗੁਰੂ ਹੁੰਦੇ ਹੈ, ਜੋ ਤ੍ਰੈ ਕਾਲ ਆਬਾਦ ਚੇਤਨ ਸਰੂਪ, ਗਿਆਨ ਸਰੂਪ ਮਹਾਨ ਗੁਰੂ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਐਸੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਭਾਈ ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ ਬੜੀ ਸੁੰਦਰ ਹੈ, ਸੋਹਣੀ ਹੈ ਤੇ ਬੜੀ ਮਹਾਨ ਹੈ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਸੁਣ ਹਰ ਕਥਾ ਉਤਾਰੀ ਮੈਲ, ਕਥਾ ਕੀਰਤਨ ਸੁਖਦਾਈ। ਇਹ ਗੁਰੂ ਜੀ ਦੀ ਕਥਾ ਸੁਖ ਦੇਣ ਵਾਲੀ ਹੈ, ਬੜੀ ਮਹਾਨ ਕਥਾ ਹੈ। ਇਸ ਕਥਾ ਦੇ ਬਾਰੇ ਕਵੀ ਸਾਹਿਬ ਜੀ ਮਹਾਤਮ ਜਣਾਉਂਦੇ ਹੈ, ਜਣਾ ਰਹੇ ਮਹਾਤਮ। ਤੇ ਜਿਹੜੇ ਲੋਕ ਇਹ ਕਥਾ ਤੋਂ ਵਾਂਝੇ ਲੋਕ ਹੈ ਉਹਨਾਂ ਦੀ ਵੀ ਅਗਲੇ ਬੰਨੇ ਖੁਲਾਸਾ ਕਰਕੇ ਇਸੇ ਪ੍ਰਸੰਗ ਵਿੱਚ ਹੀ ਦੱਸਣਗੇ। ਇਹ ਭਾਈ ਜਿਹੜੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਹੈ ਇਹ ਬੜੀ ਸੁੰਦਰ ਆ ਸੋਹਣੀ ਮਹਾਨ ਹੈ। ਗੁਣ ਮੰਦਰ ਸੁਖ ਕੰਦ। ਸਤਿਗੁਰਾਂ ਦੀ ਜਿਹੜੀ ਕਥਾ ਹੈ ਗੁਣਾਂ ਦਾ ਤੇ ਮੰਦਰ ਹੀ ਹੈ। ਭਾਵ ਗੁਣਾਂ ਦਾ ਮੰਦਰ, ਗੁਣਾਂ ਦਾ ਘਰ ਹੀ ਹੈ। ਇੱਕ ਤੇ ਮੰਦਰ ਸਾਡੇ ਹੈ ਘਰ, ਤੇ ਉਹਨਾਂ ਘਰਾਂ ਵਿੱਚ ਕੀ ਹੈ, ਬੈੱਡ ਪਏ ਹੈ, ਫਰਿੱਜਾਂ ਪਈਆਂ ਹੈ, ਮੰਜੇ ਪਏ ਹੈ, ਹੋਰ ਖਿਲਾਰਾ ਪਿਆ ਹੈ। ਕਈ ਜਿਹੜੇ ਉਹ ਕਮਰੇ ਨੇ ਤੂੜੀ ਭਰੀ ਹੋਈ ਹੈ, ਇਹੋ ਕੁਝ ਹੀ ਹੈ। ਪਰ ਇਹ ਗੁਰੂ ਜੀ ਦੀ ਜਿਹੜੀ ਕਥਾ ਹੈ ਭਾਈ ਇਹ ਗੁਣਾਂ ਦਾ ਮੰਦਰ ਹੈ, ਗੁਣਾਂ ਦਾ ਘਰ ਹੈ, ਗੁਣਾਂ ਦਾ ਮਕਾਨ ਹੈ, ਜਾਂ ਇਹ ਗੁਣਾਂ ਦਾ ਮੰਦਰ ਕਹੀਏ। ਮਦਰਾਂਚਲ ਪਹਾੜ ਹੈ ਬੜਾ ਵੱਡਾ, ਮਦਰਾਂਚਲ ਪਹਾੜ ਬੜਾ ਵੱਡਾ ਹੈ। ਤੇ ਮਾਨੋ ਕਿ ਗੁਰੂ ਜੀ ਦੀ ਜਿਹੜੀ ਕਥਾ ਗੁਣਾਂ ਦਾ ਪਰਬਤ ਮਦਰਾਂਚਲ ਪਹਾੜ ਹੈ। ਤੇ ਸੁਖ ਕੰਧ ਸੁੱਖਾਂ ਦੀ ਦਾਤੀ ਹੈ, ਸੁੱਖ ਰੂਪੀ ਫਲ ਨੂੰ ਦੇਣ ਵਾਲੀ ਹੈ। ਸੁੱਖਾਂ ਦਾ ਦੇ ਕੰਧ ਕਹੀਏ ਬੱਦਲ ਹੈ, ਤੇ ਸੁੱਖਾਂ ਦੀ ਕੰਧ ਕਹੀਏ ਜੜ ਹੈ। ਜੜ ਹੋਵੇ ਰੁੱਖ ਦੀ ਤੇ ਰੁੱਖ ਤਾਂ ਹੀ ਖੜਾ ਹੁੰਦਾ ਹੈ, ਤਾਂ ਹੀ ਉਹ ਤੋਂ ਅੰਕਰ, ਅੰਕਰ ਤੋਂ ਜਾ ਕੇ ਉਹਦੀ ਸ਼ਾਖਾਵਾਂ ਫੁੱਲ ਫਲ ਨਿਕਲਦੇ ਹੈ, ਫਿਰ ਪੱਤੇ ਜਾ ਕੇ ਨਿਕਲਦੇ ਹੈ। ਇਵੇਂ ਸਤਿਗੁਰ ਜੀ ਦੀ ਕਥਾ ਗੁਣਾਂ ਦਾ ਮੰਦਰ ਹੈ, ਬੜੀ ਸੁੰਦਰ ਹੈ। ਸੁੱਖਾਂ ਦਾ ਬੱਦਲ ਹੈ, ਸੁੱਖਾਂ ਦਾ ਫਲ ਹੈ, ਸੁੱਖਾਂ ਦੀ ਦਾਤੀ ਹੈ।
ਸੁੱਖਾਂ ਦੀ ਜੜ ਹੈ ਭਾਈ। ਵਰਣਨ ਤਿਸ ਕੋ ਅਬ ਕਰੋ। ਵਰਣਨ ਤਿਸ ਕੋ ਅਬ ਕਰੋ। ਭਾਈ ਸਾਹਿਬ ਜੀ ਕਹਿੰਦੇ ਇਹ ਸਤਿਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਥਾ ਹੁਣ ਮੈਂ ਵਰਣਨ ਕਰਾਂਗਾ, ਇਸ ਨੂੰ ਵਰਣਨ ਕਥਨ ਕਰਾਂਗਾ। ਹੋਵਹਿ ਬਿਗਨ ਨਿਕੰਦ। ਹੇ ਗੁਰੂ ਨਾਨਕ ਸਾਹਿਬ ਜੀ, ਮੈਂ ਆਪ ਜੀ ਦੀ ਕਥਾ ਹੁਣ ਵਰਣਨ ਕਹਿਣ ਲੱਗਾ ਹਾਂ। ਕਿਰਪਾ ਕਰੋ ਕਿ ਮੇਰੇ ਜਿਹੜੇ ਵਿਘਨ ਹੈ ਉਹ ਨਿਕੰਦ ਕਹੀਏ ਕੱਟੇ ਜਾਣ। ਕਿਉਂਕਿ ਭਾਈ ਸਾਹਿਬ ਜੀ ਨੇ ਜਦੋਂ ਇਹ ਗ੍ਰੰਥ ਲਿਖਿਆ ਹੈ, ਪਹਿਲਾਂ ਮੰਗਲ ਕੀਤੇ ਆ ਤੇ ਹੁਣ ਕਥਾ ਲਿਖਣੀ ਸ਼ੁਰੂ ਕਰਨੀ ਹੈ, ਜਿਹਦੇ ਕਰਕੇ ਬੇਨਤੀ ਕਰ ਰਹੇ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਜਿਹੜੇ ਆ ਵਿਘਨ ਪੈਂਦੇ ਹੈ ਕਿ ਹੁਣ ਮੈਂ ਕਥਾ ਲਿਖਣ ਲੱਗਾ ਹਾਂ, ਕੋਈ ਵਿਘਨ ਨਾ ਪੈ ਜੇ। ਚੰਗੇ ਕੰਮ 'ਚ ਵਿਘਨ ਤੇ ਪਹਿਲਾਂ ਹੀ ਪੈਂਦੇ ਹੈ, ਹਰ ਕੋਈ ਵਿਘਨ ਪਾਉਂਦਾ ਹੈ, ਉਹ ਵਿਘਨ ਕੱਟੇ ਜਾਣ। ਇਹ ਮਹਾਰਾਜ ਕਿਰਪਾ ਕਰੋ। ਇਸੇ ਤਰ੍ਹਾਂ ਆਪਾਂ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ, ਮਹਾਰਾਜ ਆਪ ਜੀ ਦੀ ਕਥਾ ਹੁਣ ਕਥਨ ਕਰਨ ਲੱਗੇ, ਆਰੰਭ ਹੋਣ ਜਾ ਰਹੀ ਹੈ ਕੱਲ੍ਹ ਤੋਂ, ਅਤੇ ਮਹਾਰਾਜ ਜਿਹੜੇ ਵਿਘਨ ਹੈ ਕੋਈ ਉਹ ਕੱਟੇ ਜਾਣ। ਵਿਘਨ ਕਿਹੜੇ ਆ? ਢਾਉਣ ਵਾਲੇ ਬੜੇ ਹੁੰਦੇ ਆ, ਵਿੱਚ ਅੜਨ ਵਾਲੇ ਬੜੇ ਹੁੰਦੇ ਆ। ਇਹ ਮਹਾਰਾਜ ਜਿਹੜੇ ਵਿਘਨ ਹੈ, ਨਾ ਸੁਣਨੀ ਹੈ ਨਾ ਸੁਣਨ ਦੇਣੀ ਹੈ, ਇਹੋ ਜਿਹੇ ਜਿਹੜੇ ਵਿਘਨ ਪਾਉਣ ਵਾਲੇ ਹੈ, ਇਹ ਸਾਰੇ ਜਿਹੜੇ ਵਿਘਨ ਹੈ ਦੁਖਦਾਈ ਹੈ। ਜਾਂ ਸਾਧ ਸੰਗਤ ਜੀ ਵਿਘਨ ਕਿਹੜੇ ਹੈ? ਕਥਾ ਕਰਦਿਆਂ ਕੋਈ ਵਿਧੀ ਬਣ ਜੇ, ਸਰੀਰ ਢਿੱਲਾ ਪੈ ਜੇ, ਕੋਈ ਇਹੋ ਜਿਹਾ ਹੋ ਜੇ ਕੁਝ, ਅਤੇ ਤਾਂ ਵੀ ਵਿਘਨ ਪੈ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਆਪ ਜੀ ਦੀ ਕਥਾ ਆਰੰਭ ਕਰਨੀ ਜਾ ਰਹੇ ਹਾਂ, ਵਰਣਨ ਕਰਨੀ ਜਾ ਰਹੇ ਹਾਂ। ਇਹ ਸਾਰੇ ਜਿਹੜੇ ਵਿਘਨ ਹੈ, ਜਿਹੜੇ ਰੁਕਾਵਟਾਂ, ਦੁੱਖ ਹੈ, ਇਹ ਕੱਟੇ ਜਾਣ। ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ। ਜੋ ਸ਼੍ਰੋਮਣੀ ਹੈ, ਸੋਭਾ ਵਾਲਾ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਜਿਹੜਾ ਸ੍ਰੇਸ਼ਟ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਭਾਵ ਅਵਤਾਰ ਤੋਂ ਲੈ ਕੇ ਤੇ ਜੋਤੀ ਜੋਤ ਸਮਾਉਣ ਤੱਕ ਜਿਹੜੇ ਜੀਵਨ ਕੌਤਕਾਂ ਦਾ ਪ੍ਰਕਾਸ਼ ਹੈ, ਇਹਨਾਂ ਦੇ ਵਿੱਚ ਕਹੋ ਕਥਾ ਇਹ ਆਦ। ਮੈਂ ਇਹ ਆਦ ਤੱਕ ਕਥਾ ਕਹਾਂਗਾ, ਆਦ ਤੋਂ ਲੈ ਕੇ ਅੰਤ ਤੱਕ ਕਹਾਂਗਾ। ਜਿਵੇਂ ਵੀ ਜੋ ਸ੍ਰੇਸ਼ਟ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਇਹਦੇ ਵਿੱਚ ਮੈਂ ਸਤਿਗੁਰੂ ਜੀ ਦੀ ਮੁੱਢਲੀ ਆ ਕਥਾ ਕਹਾਂਗਾ, ਮੁੱਢ ਤੋਂ ਲੈ ਕੇ ਅੰਗਦ ਬਾਲੇ ਕੋ ਮਿਲਣਾ। ਜਿਵੇਂ ਸਭ ਤੋਂ ਪਹਿਲਾਂ ਤੇ ਇਹ ਕਹਾਂਗਾ ਕਿ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਆ ਭਾਈ ਬਾਲਾ ਜੀ ਦਾ ਜਿਵੇਂ ਮਿਲਨ ਹੋਇਆ ਹੈ, ਜਿਵੇਂ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਮਿਲੇ ਸਨ। ਪੁਨ ਤਿਨ ਕੋ ਸੰਵਾਦ। ਫਿਰ ਉਹਨਾਂ ਦਾ ਸੰਵਾਦ ਜਿਵੇਂ ਹੋਇਆ ਹੈ, ਸ੍ਰੇਸ਼ਟ ਬਾਦ ਜਿਵੇਂ ਗਿਆਨ ਚਰਚਾ ਹੋਈ ਹੈ, ਵਾਰਤਾਲਾਪ ਹੋਈ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਮਿਲੇ ਅਤੇ ਆਨੰਦ ਕੁਸ਼ਲ ਪੁੱਛੀ ਹੈ, ਅਤੇ ਫਿਰ ਕਿਹਾ ਹੈ ਕਿ ਭਾਈ ਬਾਲਾ ਜੀ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਮੁੱਢ ਤੋਂ ਲੈ ਕੇ ਅੰਤ ਤੱਕ ਰਹੇ ਹੋ। ਜਿਵੇਂ ਆਪ ਜੀ ਉਹ ਇਕੱਠੇ ਰਹੇ ਹੈ, ਜਿਵੇਂ ਸਤਿਗੁਰੂ ਜੀ ਨੇ ਬਾਲ ਲੀਲਾ ਕੀਤੀ, ਜਿਵੇਂ ਕੌਤਕ ਦਿਖਾਏ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ 4 ਉਦਾਸੀਆਂ ਕੀਤੀਆਂ, ਫਿਰ ਕਰਤਾਰਪੁਰ ਸਾਹਿਬ ਆਏ, ਇੱਥੇ ਕੌਤਕ ਕੀਤੇ। ਇਹ ਜਿਹੜੀ ਸਾਰੀ ਮੁੱਢਲੀ ਕਥਾ ਹੈ, ਇਹ ਤੁਸੀਂ ਮੈਨੂੰ ਸੁਣਾਓ। ਫਿਰ ਭਾਈ ਬਾਲਾ ਜੀ ਨੇ ਸਾਰੀ ਜਿਹੜੀ ਕਥਾ ਹੈ ਸਾਧ ਸੰਗਤ ਜੀ ਇਹ ਸੁਣਾਈ ਹੈ। ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ। ਭਾਈ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ
ਮੈਂ ਕਥਾ ਕਹਾਂਗਾ ਵੀ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੇ ਭਾਈ ਬਾਲਾ ਜੀ ਦਾ ਮਿਲਣ ਹੋਇਆ, ਤੇ ਜਿਵੇਂ ਆਪੋ ਵਿੱਚ ਹੀ ਸਤਿਗੁਰ ਜੀ ਦਾ ਤੇ ਭਾਈ ਬਾਲਾ ਜੀ ਦਾ ਸੰਵਾਦ ਹੋਇਆ, ਇਹ ਕਥਾ ਮੈਂ ਪਹਿਲਾਂ ਕਹਾਂਗਾ। ਚੌਪਈ ਪੁਨ ਸ੍ਰੀ ਨਾਨਕ ਜਨਮ ਸੁਹਾਵਾ। ਫਿਰ ਸਤਿਗੁਰੂ ਮਹਾਰਾਜ ਜੀ ਜੋ ਬੜੇ ਸੋਭਨੀਕ ਹੈ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਵੇਂ ਉਹਨਾਂ ਦਾ ਆ ਅਵਤਾਰ ਹੋਇਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਬੜੇ ਸੋਭਨੀਕ ਹੈ, ਉਹਨਾਂ ਦਾ ਜਿਹੜਾ ਸੋਹਣਾ ਬੜਾ ਸੋਭਨੀਕ ਅਵਤਾਰ ਹੋਇਆ, ਪਹਿਲਾਂ ਮੈਂ ਇਹ ਕਥਾ ਆਰੰਭ ਕਰਾਂਗਾ। ਸ਼ੇਸ਼ ਲੀਲਾ ਬਹੁ ਨਰ ਨ ਦਿਖਾਵਾ। ਫਿਰ ਸਤਿਗੁਰੂ ਜੀ ਨੇ ਜਿਵੇਂ ਬਾਲਕ ਅਵਸਥਾ ਵਿੱਚ, ਤੇ ਬਾਲਕ ਅਵਸਥਾ ਵਿੱਚ ਬਾਲ ਲੀਲਾ ਕੀਤੀ ਤੇ ਅਨੇਕਾਂ ਹੀ ਪੁਰਸ਼ਾਂ ਨੂੰ ਦਿਖਾਈ ਬਾਲ ਲੀਲਾ। ਬੜੇ ਸੰਤਾਂ ਨੂੰ ਸਤਿਗੁਰੂ ਜੀ ਨੇ ਬਾਲ ਲੀਲਾ ਦਿਖਾਈ, ਬੱਚਿਆਂ ਨੂੰ ਦਿਖਾਈ ਜਿਹੜੇ ਨਾਲ ਖੇਡਦੇ ਸਨ। ਫਿਰ ਰਾਏ ਬਲਾਰ ਵਰਗੇ ਉਹਨਾਂ ਨੂੰ ਗੁਰੂ ਜੀ ਨੇ ਲੀਲਾ ਦਿਖਾਈ ਬਾਲਕ ਅਵਸਥਾ ਵਿੱਚ, ਕਿਵੇਂ ਸੱਪ ਨੇ ਛਾਂ ਕੀਤੀ, ਕਿਵੇਂ ਉਹ ਰੁੱਖ ਦੀ ਜਿਹੜੀ ਛਾਂ ਸੀ ਕਿਸੇ ਬੰਨੇ ਢਲੀ ਨਹੀਂ ਸੀ, ਬਾਕੀ ਸਾਰੇ ਰੁੱਖਾਂ ਦੀ ਢਲ ਗਈ ਸੀ। ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਾਧ ਸੰਗਤ ਜੀ ਰਾਏ ਖੇਤ ਹਰਿਆ ਕੀਤਾ ਸੀ ਬਾਲਕ ਅਵਸਥਾ ਵਿੱਚ ਹੀ। ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੈਣ ਵੱਡੇ ਭੈਣ ਨਾਨਕੀ ਜੀ, ਜਿਵੇਂ ਉਹਨਾਂ ਨੇ ਦੇਖਿਆ ਵੀ ਇਹ ਸਾਡੇ ਜਿਹੜੇ ਭਰਾ ਹੈ ਇਹਦੇ ਅਵਤਾਰ ਧਾਰ ਕੇ ਜੋ ਆਇਆ ਹੈ ਗੁਰੂ ਨਾਨਕ ਸਾਹਿਬ ਜੀ, ਇਹ ਕੋਈ ਐਵੇਂ ਨਹੀਂ, ਆਮ ਨਹੀਂ ਹੈ, ਇਹ ਤਾਂ ਪਰਮੇਸ਼ਰ ਆਪ ਹੀ ਆਇਆ ਹੋਇਆ ਹੈ। ਉਹਨਾਂ ਨੂੰ ਜਿਵੇਂ ਲੀਲਾ ਦਿਖਾਈ, ਕੌਤਕ ਦਿਖਾਏ। ਫਿਰ ਦਾਈ ਦੌਲਤਾਂ ਨੂੰ ਜਿਵੇਂ ਉਹ ਕੌਤਕ ਦਿਖਾਇਆ ਸੀ, ਇਵੇਂ ਜਿਹੜੀ ਸ਼ੇਸ਼ ਲੀਲਾ, ਜਿਵੇਂ ਬਾਲਕ ਲੀਲਾ, ਬਾਲ ਲੀਲਾ ਗੁਰੂ ਜੀ ਨੇ ਅਨੇਕਾਂ ਹੀ ਜਿਹੜੇ ਆ ਨਰਾਂ ਪੁਰਸ਼ਾਂ ਨੂੰ ਦਿਖਾਈ। ਕਹੋ ਕਥਾ ਕੀਏ ਮੋਦੀ ਖਾਨਾ। ਤੇ ਕਹਿੰਦੇ ਫਿਰ ਮੈਂ ਕਥਾ ਕਹਾਂਗਾ ਇਸ ਤੋਂ ਬਾਅਦ, ਜਿਵੇਂ ਪਿਤਾ ਕਲਿਆਣ ਚੰਦ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈਆ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਘੱਲ ਦਿੱਤਾ। ਉੱਥੇ ਦੌਲਤ ਖਾਂ ਲੋਧੀ ਨਾਲ ਗੱਲ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਵਿੱਚ ਜਿਵੇਂ ਨੌਕਰੀ ਕੀਤੀ। ਉਹ ਜਿਵੇਂ ਮੋਦੀ ਖਾਨੇ ਵਿੱਚ ਰਹਿ ਕੇ ਗੁਰੂ ਜੀ ਕੌਤਕ ਕਰਦੇ ਰਹੇ, ਕਿਸੇ ਗਰੀਬ ਨੂੰ ਅਜਾਈ ਨਾ ਜਾਣ ਦਿੱਤਾ, ਤੇ ਬਸ ਤੇਰਾ ਤੋਲ ਕੇ ਤੇ ਗੁਰੂ ਜੀ ਨੇ ਉਹ ਸਾਰੇ ਸਾਧੂਆਂ ਨੂੰ ਰਜਾਉਂਦੇ ਰਹੇ ਸੀ। ਕਿੰਨੇ ਸਾਲ ਗੁਰੂ ਜੀ ਨੇ ਨੌਕਰੀ ਕੀਤੀ ਉਹ ਮੋਦੀ ਖਾਨੇ ਵਿੱਚ। ਇਵੇਂ ਭਾਈ ਸਾਹਿਬ ਜੀ ਕਹਿੰਦੇ ਉਹ ਮੋਦੀ ਖਾਨੇ ਵਿੱਚ ਸੁਲਤਾਨਪੁਰ ਲੋਧੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜੀਵਨ ਕੌਤਕ ਕੀਤੇ, ਮਹਿਮਾ ਦਿਖਾਈ, ਉਹ ਵੀ ਮੈਂ ਫਿਰ ਕਥਾ ਕਹਾਂਗਾ। ਤੇ ਤਾਜ ਦੇਸ਼ ਬਿਲੋਕੇ ਨਾਨਾ। ਉੱਥੇ ਵੀ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਦੀ ਨੌਕਰੀ ਛੱਡ ਕੇ ਤੇ ਫਿਰ ਨਾਨਾ ਕਹੀਏ ਬਹੁਤੇ ਜਦੋਂ ਦੇਸ਼ਾਂ ਨੂੰ ਦੇਖਿਆ ਜਾ ਕੇ, ਜੀਵਾਂ ਦਾ ਆਧਾਰ ਕਰਨ ਵਾਸਤੇ 4 ਉਦਾਸੀਆਂ ਕੀਤੀਆਂ, ਅਨੇਕਾਂ ਦੇਸ਼ਾਂ ਦੇ ਵਿੱਚ ਜਾ ਕੇ ਸਤਿਨਾਮ ਦਾ ਚੱਕਰ ਫਿਰਾਇਆ। ਉਹ ਕਥਾ ਜਿਵੇਂ ਗੁਰੂ ਜੀ ਮੋਦੀ ਖਾਨੇ ਨੂੰ ਛੱਡ ਕੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਯਾਤਰਾ ਕੀਤੀ, ਦੇਖੇ ਤੇ ਸਿੱਧੇ ਰਾਹ ਪਾਇਆ। ਭਾਈ ਸਾਹਿਬ ਜੀ ਕਹਿੰਦੇ ਉਹ ਵੀ ਕਥਾ ਫਿਰ ਕਹਾਂਗਾ। ਜਹ ਤਹ ਸਿੱਖੀ ਰੀਤ ਚਲਾਈ। ਜਿੱਥੇ ਕਿੱਥੇ ਵੀ ਜਾ ਕੇ ਸਤਿਗੁਰ ਜੀ ਨੇ ਜੋ ਮਹਾਨ ਸਿੱਖੀ ਹੈ ਉਹ ਸਿੱਖੀ ਦੀ ਰੀਤੀ ਚਲਾਈ, ਮਰਿਆਦਾ ਚਲਾਈ। ਪੁਰ ਕਰਤਾਰ ਬਸੇ ਪੁਨ ਆਈ। ਫਿਰ ਸਤਿਗੁਰੂ ਸਭ ਕੌਤਕ ਕਰਕੇ 4 ਉਦਾਸੀਆਂ ਕਰਕੇ ਤੇ ਜਿਵੇਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਮਹਾਰਾਜ ਆ ਗਏ ਸਨ,
ਫਿਰ ਉੱਥੇ ਆ ਕੇ ਜਿਵੇਂ ਗੁਰੂ ਜੀ ਨੇ ਕੌਤਕ ਕੀਤੇ, ਭਾਈ ਸਾਹਿਬ ਜੀ ਕਹਿੰਦੇ ਉਹ ਕਰਤਾਰਪੁਰ ਸਾਹਿਬ ਦੀ ਕਥਾ ਵੀ ਕਹਾਂਗਾ। ਸਿੱਖੀ ਪਰਖੀ ਸਿੱਖਣ ਕੀ ਜਬ, ਜਿਸ ਕਰਤਾਰਪੁਰ ਸਾਹਿਬ ਵਿਖੇ ਗੁਰੂ ਜੀ ਨੇ ਸਿੱਖਾਂ ਦੀ ਸਿੱਖੀ ਪਰਖੀ, ਭਾਈ ਲਹਿਣਾ ਜੀ ਦੀ ਪਰਖ ਕੀਤੀ, ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਦੀ ਪਰਖ ਕੀਤੀ, ਹੋਰ ਵੀ ਸਿੱਖਾਂ ਦੀ ਪਰਖ ਕੀਤੀ। ਗੁਰੂ ਜੀ ਨੇ ਜਦੋਂ ਧਾਨਕ ਰੂਪ ਰਹਾ ਕਰਤਾਰ, ਇਸ ਰੂਪ ਧਾਰਨ ਕੀਤਾ ਸੀ ਕਿ ਗੋਦੜੀ ਜੀ ਪਾ ਕੇ ਤੇ ਉਹ ਗੁਰੂ ਜੀ ਨੇ ਹੱਥ ਵਿੱਚ ਕੁਤਕਾ ਲੈ ਲਿਆ ਸੀ, ਛੁਰਾ ਵੀ ਲੈ ਲਿਆ ਸੀ ਤੇ ਮਹਾਰਾਜ ਉੱਥੇ ਕੌਤਕ ਕੀਤੇ। ਪਹਿਲਾਂ ਲੰਗਰ ਜਿਹੜੇ ਚੱਲਦੇ ਸੀ ਉਹ ਬੰਦ ਕੀਤੇ, ਇੱਕ ਟਾਈਮ ਕੀਤਾ, ਇੱਕ ਟਾਈਮ ਤੋਂ ਉਕਾਇਓ, ਇੱਕ ਦਿਨ ਹਟ ਕੇ ਕਰ ਦਿੱਤਾ। ਉਹ ਕਥਾ ਸਾਰੀ ਅੱਗੇ ਆਵੇਗੀ। ਜਿਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਹੋਣਾ ਦੀ ਅਨੇਕਾਂ ਹੀ ਸੇਵਾਵਾਂ ਵਿੱਚ ਪ੍ਰੀਖਿਆ ਕੀਤੀ। ਜੇ ਲੋਟਾ ਗੁਰੂ ਜੀ ਨੇ ਕੱਢਣ ਵਾਸਤੇ ਕਿਹਾ ਤੇ ਉਹ ਬਾਬਾ ਸ਼੍ਰੀ ਚੰਦ ਹੋਣਾ ਨਾ ਕੱਢਿਆ, ਨਾ ਬਾਬਾ ਲਖਮੀ ਦਾਸ ਹੋਣਾ ਨੇ ਉਹ ਚਿੱਕੜ ਵਿੱਚੋਂ ਲੋਟਾ ਨਾ ਕੱਢਿਆ, ਪਰ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕੱਢਿਆ ਸੀ। ਫਿਰ ਜਿਵੇਂ ਰੁੱਖਾਂ 'ਤੇ ਚੜ੍ਹਨ ਵਾਸਤੇ ਕਿਹਾ ਸੀ ਤੇ ਬਾਬਾ ਸ਼੍ਰੀ ਚੰਦ ਜੀ ਨੇ ਉਦੋਂ ਵੀ ਜਵਾਬ ਦਿੱਤਾ ਸੀ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕਮਰ ਕੱਸਾ ਕਰਕੇ ਉਸੇ ਵੇਲੇ ਹੀ ਉਹ ਸੇਵਾ ਕੀਤੀ ਸੀ। ਜਦੋਂ ਵਸਤਰ ਧੋਣ ਲਈ ਕਿਹਾ ਸੀ ਅੱਧੀ ਰਾਤ ਨੂੰ, ਤੇ ਉਦੋਂ ਵੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੇਵਾ ਕੀਤੀ ਸੀ। ਬਾਬਾ ਸ਼੍ਰੀ ਚੰਦ ਹੋਣਾ ਨੇ ਜਵਾਬ ਦਿੱਤਾ ਸੀ। ਅੰਤ ਸਮੇਂ ਜਦੋਂ ਮਹਾਨ ਪ੍ਰੀਖਿਆ ਕੀਤੀ, ਗੁਰੂ ਸਾਹਿਬ ਜੀ ਨੇ ਧਾਨਕ ਰੂਪ ਧਾਰਨ ਕਰਕੇ, ਨਾਲ ਕੁੱਤੇ ਲੈ ਕੇ, ਹੱਥ ਵਿੱਚ ਛੁਰਾ ਲੈ ਕੇ, ਨਾਲ ਉਹ ਕੁਤਕਾ ਇੱਕ ਛੋਟਾ ਜਿਹਾ ਲੈ ਕੇ, ਅਣਘੜਤ ਜਿਹਾ, ਤੇ ਜਿਹੜਾ ਕੋਈ ਸਿੱਖ ਨੇੜੇ ਆਉਂਦਾ ਸੀ ਉਹਦੇ ਮਾਰ ਦਿੰਦੇ ਸੀ। ਜਦੋਂ ਕਿਸੇ ਦੇ ਵੱਜਦਾ ਸੀ ਤਾਂ ਜਿਹੜੇ ਸਾਡੇ ਵਰਗੇ ਸੀ ਕੱਚੇ ਪਿੱਲੇ, ਸਾਡੇ ਤੋਂ ਜਮਾਨ ਹੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਆ। ਕਹਿਣ ਦਾ ਮਤਲਬ ਉਹ ਜਦੋਂ ਕੁਤਕਾ ਵੱਜਦਾ ਸੀ ਤਾਂ ਉਹ ਕਹਿੰਦੇ ਸੀ ਕਿ ਮਹਾਰਾਜ ਜੀ ਦੇ ਕੁਝ ਫਰਕ ਪੈ ਗਿਆ ਹੈ, ਸਮਝਿਆ ਨਹੀਂ ਸੀ ਜਾਂਦਾ। ਕੁਝ ਜਿਹੜੇ ਸਮਝਦਾਰ ਸੀ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਕਿਹੜੀ ਗੱਲ ਹੈ, ਵੇਖੋ ਮਾਂ ਪਿਓ ਵੀ ਤਾਂ ਮਾਰ ਹੀ ਲੈਂਦੇ ਆ, ਤੇ ਗੁਰੂ ਸਾਹਿਬ ਜੀ ਦੇ ਵੱਡੇ ਮਾਂ ਪਿਓ ਹੈ, ਇਹਨਾਂ ਵਰਗਾ ਕੋਈ ਮਾਂ ਪਿਓ ਹੀ ਨਹੀਂ ਹੈ। ਤਾਂ ਉਹ ਐਵੇਂ ਨਾਲ ਨਾਲ ਚੱਲਦੇ ਸੀ। ਕੁਝ ਪੈਸੇ ਲੈ ਕੇ, ਪੈਸੇ ਦੀਆਂ ਪੰਡਾਂ ਲੈ ਕੇ ਵਿਛਾਂ ਮੁੜ ਆਏ, ਅਤੇ ਕੁਝ ਚਾਂਦੀ ਦੀਆਂ ਮੋਹਰਾਂ ਦੇ, ਕੁਝ ਸੋਨੇ ਦੀਆਂ ਮੋਹਰਾਂ ਦੀਆਂ ਪੰਡਾਂ ਲੈ ਕੇ ਮੁੜ ਆਏ ਸੀ। 4 ਸਿੱਖ ਹੀ ਰਹਿ ਗਏ ਸਨ, ਭਾਈ ਭਗੀਰਥ ਜੀ, ਭਾਈ ਸੁਧਾਰਨ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਅੰਤਲੇ ਸਮੇਂ ਤੱਕ ਗੁਰੂ ਨਾਨਕ ਸਾਹਿਬ ਜੀ ਨਾਲ ਪਿੱਛੇ ਪਿੱਛੇ ਜਾਂਦੇ ਰਹੇ ਅਤੇ ਕਹਿੰਦੇ ਸੀ ਮਹਾਰਾਜ ਤੁਹਾਡਾ ਜਿਹੜਾ ਸਾਥ ਅਸੀਂ ਨਹੀਂ ਛੱਡ ਸਕਦੇ, ਤੁਸੀਂ ਭਾਵੇਂ ਜਿੰਨਾ ਮਰਜ਼ੀ ਸਾਡੇ ਤੋਂ ਦੂਰ ਜਾਓ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਕੌਣ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹਾਂ। ਮਹਾਰਾਜ ਕਹਿੰਦੇ ਜਿਹੜਾ ਸਿੱਖ ਹੁੰਦਾ ਤੇ ਹੁਕਮ ਮੰਨਦਾ, ਮੰਨੋਗੇ ਹੁਕਮ ਸਾਡਾ? ਕਹਿੰਦੇ ਮਹਾਰਾਜ ਆਪ ਹੁਕਮ ਤੇ ਕਰੋ। ਗੁਰੂ ਸਾਹਿਬ ਜੀ ਨੇ ਉਹ ਜੰਗਲ ਵਿੱਚ ਪ੍ਰਤਾਖੀ ਦਿਖਾ ਦਿੱਤਾ ਕਿ ਇੱਕ ਚਿਖਾ ਪਈ ਹੈ, ਸੱਜੀ ਹੋਈ ਉੱਤੇ ਮੁਰਦਾ ਪਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਛਕੋ ਫਿਰ ਜਿਹੜਾ ਸਿੱਖ ਹੈ। ਉਸ ਵੇਲੇ ਭਾਈ ਭਗੀਰਥ, ਭਾਈ ਸੁਧਾਰਨ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਵੀ ਥੋੜ੍ਹਾ ਭਰਮ ਗਏ ਸਨ, ਪਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨਹੀਂ ਸੀ ਉੱਥੋਂ ਹਿੱਲੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਕੀ ਦੇਖਦੇ ਹੋ, ਮੁਰਦਾ ਛਕਦੇ ਨਹੀਂ ਜੇ। ਅਤੇ ਗੁਰੂ ਅੰਗਦ ਦੇਵ ਮਹਾਰਾਜ ਜੋ ਭਾਈ ਲਹਿਣਾ ਦੇ ਰੂਪ ਵਿੱਚ ਸਨ, ਕਹਿੰਦੇ ਮਹਾਰਾਜ ਆਪ ਜੀ ਦੀ ਆਗਿਆ ਹੀ ਉਡੀਕ ਰਹੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਜਿੱਧਰ ਖੜ੍ਹੇ ਉੱਧਰੋਂ ਸ਼ੁਰੂ ਕਰ ਦਿਓ। ਹਜੇ ਸ਼ੁਰੂ ਕਰ ਨਹੀਂ ਲੱਗੇ ਅਤੇ 3 ਮੇਲ ਦਾ ਪ੍ਰਸ਼ਾਦ ਬਣ ਗਿਆ, ਕੜਾਹ ਪ੍ਰਸ਼ਾਦ। ਫਿਰ ਬਾਬਾ ਬੁੱਢਾ ਸਾਹਿਬ ਜੀ ਹੋਣੀ ਵੇਖ ਕੇ ਕਹਿਣ ਲੱਗੇ ਵੀ ਆਪਾਂ ਤਾਂ ਐਵੇਂ ਭਰਮ ਗਏ, ਅਤੇ ਸਤਿਗੁਰੂ ਜੀ ਦਾ ਕੌਤਕ ਸੀ, ਇਹ ਤਾਂ ਪ੍ਰਸ਼ਾਦ ਹੈ। ਜਦੋਂ ਨੇੜੇ ਸਾਰੇ ਆਏ
ਤੇ ਸਾਧ ਸੰਗਤ ਜੀ, ਉਹ ਜਿਹੜਾ ਪ੍ਰਸ਼ਾਦ ਸੀ, ਕੜਾਹ ਪ੍ਰਸ਼ਾਦ ਦੀ ਦੇਗ, ਗੁਰੂ ਸਾਹਿਬ ਜੀ ਨੇ ਉਹ ਵੀ ਗੁਪਤ ਕਰਤੀ। ਨਾ ਉੱਥੇ ਕੋਈ ਚਿਖਾ ਹੈ, ਨਾ ਕੋਈ ਮੁਰਦਾ, ਨਾ ਉੱਥੇ ਕੜਾਹ ਪ੍ਰਸ਼ਾਦ ਹੀ, ਕੁਝ ਵੀ ਨਹੀਂ। ਇਹ ਗੁਰੂ ਜੀ ਨੇ ਸਭ ਕੌਤਕ ਹੀ ਦਿਖਾਇਆ। ਸਾਰੀ ਪਰਖ ਵਿੱਚੋਂ ਪਾਸ ਭਾਈ ਲਹਿਣਾ ਜੀ, ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ, ਲਹਿਣੇ ਦੀ ਫਿਰ ਆਈਐ, ਨਾਨਕ ਦੋਹੀ ਖੱਟੀਐ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਿਹੜਾ ਹੈ, ਉਹਨਾਂ ਦੇ ਸੀਸ ਉੱਪਰ ਚੌਰ ਛਤਰ ਝੁਲਾ ਦਿੱਤਾ, ਕੰਠ ਨਾਲ ਲਾਇਆ ਤੇ ਕਹਿ ਦਿੱਤਾ ਕਿ ਤੁਸੀਂ ਹੁਣ ਭਾਈ ਲਹਿਣਾ ਜੀ ਨਹੀਂ, ਹੁਣ ਤੁਸੀਂ ਗੁਰੂ ਅੰਗਦ ਦੇਵ ਜੀ ਹੋ, ਸਾਡੇ ਅੰਗਾਂ ਤੋਂ ਬਣੇ ਹੋਏ ਹੋ। ਇਹ ਮਹਾਰਾਜ ਨੇ ਪਰਖ ਕਰਕੇ ਪਹਿਲਾਂ ਪੁੱਤਰਾਂ ਦੀ ਪਰਖ ਕੀਤੀ, ਸਿੱਖਾਂ ਦੀ ਕੀਤੀ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਉਹ ਪ੍ਰੀਖਿਆ ਦੇ ਵਿੱਚੋਂ ਉੱਤਮ ਨਿਕਲੇ। ਭਾਈ ਸਾਹਿਬ ਜੀ ਇੱਥੇ ਉਹੀ ਬਚਨ ਕਹਿ ਰਹੇ ਆ ਕਿ ਸਿੱਖੀ ਪਰਖੀ ਸਿੱਖਣ ਕੀ ਜਬ। ਜਦੋਂ ਸਤਿਗੁਰ ਜੀ ਨੇ ਆ ਸਿੱਖਾਂ ਦੀ ਸਿੱਖੀ ਪਰਖੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਸ੍ਰੀ ਅੰਗਦ ਕੋ ਤਖਤ ਦਿਓ ਤਦ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਸਭ ਜਗ੍ਹਾ ਉਹ ਪ੍ਰੀਖਿਆ ਜੋ ਪਾਸ ਹੁੰਦਿਆਂ ਵੇਖ ਕੇ ਅੰਗਾਂ ਨਾਲ ਲਾ ਕੇ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਰ ਦਿੱਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਜੋਤ ਵਿੱਚ ਜੋਤ ਲੀਨ ਕਰ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਤਖਤ 'ਤੇ ਬਿਰਾਜਮਾਨ ਕਰ ਦਿੱਤਾ। ਜਗਤ ਗੁਰੂ ਤਿੰਨਾਂ ਲੋਕਾਂ ਦੇ ਮਾਲਕ ਬਣਾ ਦਿੱਤਾ। ਅਸ ਗੁਰ ਕੀਰਤ ਕਰਹੁ ਗ੍ਰੰਥੂ। ਐਸੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ, ਜਸ ਦਾ ਕਹਿੰਦੇ ਮੈਂ ਗ੍ਰੰਥ ਕਰ ਰਿਹਾ ਹਾਂ, ਰਚਨਾ ਕਰਾਂਗਾ। ਇਹ ਸੱਚੇ ਪਾਤਸ਼ਾਹ ਜੀ, ਮੈਂ ਐਸਾ ਗ੍ਰੰਥ ਰਚਨਾ ਕਰ ਰਿਹਾ ਹਾਂ। ਗ੍ਰੰਥੂ ਕਹੀਏ, ਕਾਵ ਦੇ ਨਿਯਮਾਂ ਵਿੱਚ ਗੁੰਥਣ ਕਰ ਰਿਹਾ ਹਾਂ, ਬੰਨਣਾ ਕਰ ਰਿਹਾ ਹਾਂ। ਕਹਿੰਦੇ ਐਸੇ ਗੁਰੂ ਦੀ ਮੈਂ ਕੀਰਤ ਵਡਿਆਈ ਆ ਕਰ ਰਿਹਾ ਹਾਂ, ਗ੍ਰੰਥ ਰਚ ਰਿਹਾ ਹਾਂ। ਸੋਨਾ ਸੁਖ ਪਾਵੇ ਗੁਰ ਕੇ ਪੰਥੂ। ਜਿਹੜੇ ਕਹਿੰਦੇ ਵੀ ਗੁਰੂ ਕੇ ਪੰਥ ਹੈ। ਗੁਰੂ ਦਾ ਪੰਥ ਕਿਹੜਾ ਹੈ? ਗੁਰੂ ਖਾਲਸਾ। ਖਾਲਸਾ ਪੰਥ ਜਿਹੜਾ ਗੁਰੂ ਦਾ ਪੰਥ ਹੈ, ਉਹ ਸੁਣ ਸੁਣ ਕੇ ਸੁਖ ਪਾਵੇਗਾ। ਜਿਸ ਕਥਾ ਨੂੰ ਕਹਿੰਦੇ ਅਸੀਂ ਤੇ ਆ ਲਿਖਾਂਗੇ, ਗ੍ਰੰਥ ਰਚਾਂਗੇ ਤੇ ਗੁਰੂ ਕੀ ਮਹਿਮਾ ਆਪਣੇ ਨੇਤਰਾਂ ਨਾਲ ਵੇਖ ਵੇਖ ਕੇ ਤੇ ਆਪੇ ਪੜ੍ਹ ਪੜ੍ਹ ਕੇ ਤੇ ਸੁਖ ਪਾਵਾਂਗੇ। ਪਰ ਜਿਹੜਾ ਗੁਰੂ ਦਾ ਪੰਥ ਹੈ, ਗੁਰੂ ਖਾਲਸਾ, ਉਹ ਗੁਰੂ ਖਾਲਸੇ ਵੀ ਸੁਣ ਸੁਣ ਕੇ ਜਿਸ ਕਥਾ ਨੂੰ ਸੁਖ ਪਾਉਣਗੇ। ਤੇ ਗੁਰੂ ਕੇ ਪੰਥ, ਜਾਂ ਐਵੇਂ ਕਹਿ ਲੈਣਾ ਕਿ ਜਿਹੜੇ ਗੁਰੂ ਕੇ ਪੰਥ 'ਤੇ ਤੁਰਨ ਵਾਲੇ ਭਾਵ ਸਿੱਖ ਹਨ, ਸਿੱਖੀ ਸਿਧਾਂਤ ਵਾਲੇ, ਉਹ ਇਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਸ ਵਡਿਆਈ ਨੂੰ ਸੁਣ ਕੇ ਆ ਮਹਾਨ ਸੁਖ, ਪਰਮ ਸੁਖ ਪਾਉਣਗੇ। ਗੁਰ ਕੀਰਤ ਸਰਤਾ ਜਿਵ ਬਰਨੀ। ਹੁਣ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਡਿਆਈ ਹੈ, ਸਾਧ ਸੰਗਤ ਜੀ ਉਹਨੂੰ ਇੱਕ ਨਦੀ ਰੂਪ ਅਲੰਕਾਰ ਬਣ ਰਹੇ ਹੈ। ਜਿਵੇਂ ਨਦੀ ਹੁੰਦੀ, ਨਦੀ ਦੇ ਹਿਸਾਬ ਨਾਲ, ਜਿਵੇਂ ਨਦੀ ਵਿੱਚ ਪ੍ਰਵਾਹ ਚੱਲਦਾ ਹੈ, ਕਿਨਾਰੇ ਹੁੰਦੇ ਹੈ, ਆਸੇ ਪਾਸੇ ਫੁੱਲ ਹੁੰਦੇ ਹੈ, ਉਹ ਨਦੀ ਸਮੁੰਦਰ 'ਚ ਮਿਲਦੀ ਹੈ, ਕਿਵੇਂ ਸਥਿਤ ਹੁੰਦੀ ਹੈ, ਉਹ ਸਾਰਾ ਅਲੰਕਾਰ ਭਾਈ ਸਾਹਿਬ ਜੀ ਇੱਥੇ ਬਣ ਰਹੇ ਹੈ। ਕਹਿੰਦੇ ਗੁਰ ਕੀਰਤ ਸਰਤਾ ਜਿਵ ਬਰਣੀ। ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੀਰਤੀ ਹੈ, ਜਸ ਵਡਿਆਈ ਹੈ, ਇਹ ਜਿਹੜੀ ਕਹਿੰਦੇ ਵਰਣਨ ਕੀਤੀ ਹੈ ਇਸ ਗ੍ਰੰਥ ਵਿੱਚ, ਉਹ ਇਵੇਂ ਹੈ ਜਿਵੇਂ ਇੱਕ ਨਦੀ ਹੁੰਦੀ ਹੈ। ਮੰਗਲ ਕਰਨ ਅਮੰਗਲ ਹਰਨੀ। ਤੇ ਗੁਰੂ ਦੀ ਕੀਰਤੀ ਰੂਪ ਇਹ ਨਦੀ ਹੈ ਜਿਹੜੀ ਹੈ ਮੰਗਲ ਕਰਨ, ਸੁੱਖ ਆਨੰਦ ਖੁਸ਼ੀਆਂ ਦੇਣ ਵਾਲੀ ਹੈ। ਅਮੰਗਲ ਜਿਹੜੇ ਦੁੱਖ ਹੈ, ਵਿਘਨ ਹੈ, ਉਹਨਾਂ ਨੂੰ ਤੇ ਹਰਣੀ, ਨਾਸ ਕਰਨ ਵਾਲੀ ਹੈ। ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ। ਕਹਿੰਦੇ ਵੀ ਜਿਵੇਂ ਜਿਹੜੇ ਆ ਸੰਸਾਰ ਦੇ ਬੰਧਨ ਹੈ,
ਸੰਸਾਰ ਦਾ ਵੱਡਾ ਬੰਧਨ ਕੀ ਹੈ? ਹਉਮੈ, ਮਮਤਾ। ਇਹ ਜਿਹੜੇ ਮਮਤਾ ਹੈ, ਜਿਵੇਂ ਨਦੀ ਕਿਨਾਰਿਆਂ ਤੋਂ ਰੁੱਖਾਂ ਦੇ ਸੈਤ ਹੁੰਦੀ, ਆਸੇ ਪਾਸੇ ਰੁੱਖ ਹੁੰਦੇ ਹੈ, ਇਵੇਂ ਸੰਸਾਰ ਰੂਪੀ ਜਿਹੜੇ ਬੰਧਨ ਹੈ, ਹਉਮੈ ਹੈ, ਮਮਤਾ ਹੈ, ਇਹ ਬ੍ਰਿਖਾਂ ਦੇ ਸਹਿਤ ਭਰਮ ਬਿਮੁਖਤਾ ਕੂਲ। ਤੇ ਜਿਹੜਾ ਭਰਮ ਹੈ, 3 ਪ੍ਰਕਾਰ ਦੇ ਸੰਸੇ, 5 ਪ੍ਰਕਾਰ ਦਾ ਭਰਮ ਹੈ, ਤੇ ਜਿਹੜੀ ਗੁਰੂ ਤੋਂ ਬੇਮੁਖਤਾਈ ਹੈ, ਗੁਰੂ ਤੋਂ ਬੇਮੁਖ ਹੋਣਾ, ਆਪਣੇ ਮੁਖ ਆਪਣਾ ਮੁਖ ਮਨ ਵੱਲ ਕੀਤਾ ਜਿਹੜਾ, ਇਹ ਮਾਨੋ ਕਿ ਇਹ ਸੰਸਾਰ ਸਮੁੰਦਰ ਦੇ ਵਿੱਚ ਇਹ 2 ਕਿਨਾਰੇ ਹਨ। ਕਹਿਨ ਸੁਨਨ ਪਰਵਾਹੇ ਤੇ ਜਿਹੜੇ ਇਹ ਗੁਰੂ ਦੀ ਜਸ ਵਡਿਆਈ, ਗੁਰੂ ਦੀ ਕੀਰਤੀ ਹੈ ਨਾ, ਗੁਰੂ ਨਾਨਕ ਸਾਹਿਬ ਜੀ ਦੀ, ਇਹ ਮਾਨੋ ਨਦੀ ਹੈ, ਤੇ ਨਦੀ ਹੈ ਤੇ ਭਾਵ ਬੰਧਨ, ਜਿਹੜੇ ਸੰਸਾਰ ਦੇ ਬੰਧਨ ਹੈ ਮੋਹ ਮਮਤਾ ਦੇ, ਇਹਨਾਂ ਰੁੱਖਾਂ ਦੇ ਸਹਿਤ ਹੈ ਇਹ ਨਦੀ। ਤੇ ਭਰਮ ਤੇ ਜਿਹੜਾ ਬੇਮੁਖਤਾਈ ਹੈ, ਇਹ 2 ਕਿਨਾਰੇ ਹੈ। ਕਹਿਨ ਸੁਨਨ ਪ੍ਰਵਾਹ, ਜਿਵੇਂ ਨਦੀ ਦੇ ਵਿੱਚ ਸਾਧ ਸੰਗਤ ਜੋ ਪਾਣੀ ਦਾ ਪ੍ਰਵਾਹ ਹੁੰਦਾ, ਬੜਾ ਤੇਜ਼ ਚੱਲਦਾ ਹੈ, ਇਵੇਂ ਜਿਹੜੇ ਗੁਰੂ ਦੀ ਕੀਰਤੀ ਰੂਪ ਨਦੀ ਵਿੱਚ ਆ ਜਿਹੜੀ ਗੁਰੂ ਦੀ ਕਥਾ ਕਹਿਣੀ ਹੈ, ਕਥਨ ਕਰਨੀ ਹੈ, ਕਥਾ ਰੂਪ ਵਿੱਚ ਤੇ ਸੰਗਤ ਰੂਪ ਵਿੱਚ ਜਿਹੜੀ ਸੁਣਨੀ ਹੈ। ਅੱਗੇ ਪੜ੍ਹ। ਟਾਹੇ ਉਖਰਾਹੇ, ਟਾਹੇ ਉਖਰਹਿ ਮੂਲ। ਟਾਹੇ ਉਖਾਰਹਿ ਮੂਲ, ਉਹਨੂੰ ਤੇ ਜੜੋਂ ਪੁੱਟ ਦੇਣ ਵਾਲੀ ਹੈ, ਢਾਹ ਦੇਣ ਵਾਲੀ ਹੈ। ਜਿਵੇਂ ਕਿਨਾਰਿਆਂ ਨੂੰ ਨਦੀ ਢਾਉਂਦੀ ਹੈ, ਕਿਨਾਰਿਆਂ ਦੇ ਜਿਹੜੇ ਉੱਤੇ ਰੁੱਖ ਹੁੰਦੇ ਆ, ਜਿਵੇਂ ਰੁੱਖਾਂ ਨੂੰ ਢਾਉਂਦੀ ਹੈ ਨਦੀ, ਇਵੇਂ ਉਹ ਜਿਹੜਾ ਭਰਮ ਅਤੇ ਬੇਮੁਖਤਾਈ ਹੈ ਇਹ ਕਿਨਾਰੇ, ਇਹਨਾਂ ਨੂੰ ਤੇ ਆ ਮੂਲੋਂ ਕਹੀਏ ਜੜੋਂ ਹੀ ਆ ਪੁੱਟ ਦੇਣ ਵਾਲੀ, ਢਾਹ ਦੇਣ ਵਾਲੀ ਹੈ ਗੁਰੂ ਦੀ ਕੀਰਤੀ ਰੂਪ ਨਦੀ। ਚੌਪਈ ਗੁਰ ਸਿੱਖਣ ਮੱਜਨ ਹੈ ਜੋਗੂ। ਇਸ ਤਰ੍ਹਾਂ ਇਹ ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਰੂਪ ਨਦੀ ਹੈ, ਜਿਹੜੀ ਇਹ ਕੀਰਤੀ ਰੂਪ ਨਦੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਥਾ, ਇਹ ਗੁਰੂ ਕੇ ਜਿਹੜੇ ਸਿੱਖ ਹੈ ਉਹਨਾਂ ਦੇ ਇਸ਼ਨਾਨ ਕਰਨੇ ਯੋਗ ਹੈ। ਗੁਰ ਸਿੱਖੀ ਸੁਖ ਆਨੰਦ ਭੋਗੂ। ਜਿਹੜੇ ਗੁਰ ਸਿੱਖੀ ਨੂੰ ਧਾਰਨ ਕਰਨ ਵਾਲੇ ਹੈ ਗੁਰਸਿੱਖ, ਤੇ ਗੁਰੂ ਕੀ ਜਿਹੜੀ ਸਿੱਖੀ ਹੈ ਇਸ ਇਸ਼ਨਾਨ ਨਾਲ ਗੁਰੂ ਦੀ ਕੀਰਤੀ ਰੂਪ ਨਦੀ ਵਿੱਚ ਉਹ ਸੁਖ ਤੇ ਆਨੰਦ ਉਹ ਭੋਗਣਗੇ। ਨਿੰਦਕ ਜੌਨ ਅਸੂਇਆ ਸਹਤੂ। ਜਿਹੜੇ ਨਿੰਦਕ ਹੈ, ਨਿੰਦਿਆ ਕਰਨ ਵਾਲੇ ਤੇ ਈਰਖਾ ਦੇ ਸਹਿਤ ਹੈ, ਉਹਨਾਂ ਦੇ ਜਿਹੜੇ ਈਰਖਾ ਸਹਿਤ ਹੈ ਤੇ ਸਤਿਗੁਰੂ ਮਹਾਰਾਜ ਜੀ ਦੀ ਨਿੰਦਿਆ ਕਰਨ ਵਾਲੇ ਹੈ। ਤਿਨਕੇ ਜੋਗ ਨਾ ਇਹੋ ਦੁਖ ਦਹਤੂ। ਇਹ ਗੁਰੂ ਦੀ ਕੀਰਤੀ ਰੂਪ ਨਦੀ ਜਿਹੜੀ ਹੈ ਨਾ ਸਾਧ ਸੰਗਤ ਜੀ, ਉਹਦੇ ਨਿੰਦਕ ਲੋਕ ਹੈ ਤੇ ਈਰਖਾ ਦੇ ਸਹਿਤ ਲੋਕ ਹੈ, ਉਹਨਾਂ ਦੇ ਜੋਗ ਨਹੀਂ ਹੈ ਇਹ ਕਥਾ। ਦੁੱਖ ਦਹਤੂ ਵੀ ਉਹਨਾਂ ਦੇ ਦੁੱਖ ਸਾੜ ਦੇਵੇਗੀ, ਉਹ ਸੁਣਨਗੇ ਤੇ ਸਾੜ ਦਊਗੀ ਦੁੱਖ। ਸਗੋਂ ਦੁੱਖ ਦਹਤੂ, ਸਗੋਂ ਉਹਨਾਂ ਨੂੰ ਸਾੜ ਪਾਵੇਗੀ, ਭਾਵ ਉਹ ਸੜਨਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸੁਣ ਕੇ ਜਿਹੜੇ ਨਿੰਦਕ ਲੋਕ ਹੈ, ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਦੇ ਹੈ, ਫਿਰ ਜਿਹੜੇ ਈਰਖਾ ਵਾਲੇ ਲੋਕ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਈਰਖਾ ਕਰਦੇ ਹੈ, ਉਹਨਾਂ ਨੇ ਸਗੋਂ ਦੁੱਖ ਦਾ ਸਾੜ ਹੋਰ ਵਧੇਗਾ। ਵੀ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਮਹਾਨ ਕਥਾ ਹੈ ਤੇ ਉਹ ਸੜਨਗੇ। ਅੱਜ ਵੀ ਇਹੋ ਜਿਹੇ ਲੋਕ ਤੇ ਹੈ ਹੀ ਹੈ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਤੇ ਉਹਨਾਂ ਕੀ ਕਰਨੀ ਹੈ, ਸਗੋਂ ਨਿੰਦਿਆ ਕਰਦੇ ਹੈ, ਈਰਖਾ ਵੀ ਕਰਦੇ ਹੈ। ਉਹਨਾਂ ਲੋਕਾਂ ਦੇ ਯੋਗ ਇਹ ਕਥਾ ਨਹੀਂ ਹੈ ਗੁਰੂ ਦੀ ਕੀਰਤੀ ਰੂਪ ਕਥਾ ਨਦੀ। ਉਹ ਨਹੀਂ ਦੇ ਵਿੱਚ ਇਸ਼ਨਾਨ ਕਰਦੇ, ਸਗੋਂ ਉਹਨਾਂ ਦੇ ਤੇ ਆ ਦੁੱਖ ਦੇਣ ਵਾਲੀ ਆ, ਸਾੜ ਪਾਉਣ ਵਾਲੀ ਹੈ। ਸਰੋਤ ਦਰ ਸੋ ਚਲ ਕੈਸੋ ਪ੍ਰਵਾਹੂ। ਉਹ ਨਿੰਦਕਾਂ ਦੇ
ਇਹ ਸਾਧ ਸੰਗਤ ਜੀ ਗੁਰੂ ਰੂਪ ਜਿਹੜੀ ਕੀਰਤੀ ਹੈ, ਇਹ ਕੀਰਤੀ ਰੂਪ ਨਦੀ ਵਿੱਚ ਇਸ਼ਨਾਨ ਕਰਨ ਯੋਗ ਨਹੀਂ ਹੈ। ਇਹ ਗੁਰੂ ਦੀ ਕੀਰਤੀ ਰੂਪ ਜਿਹੜੀ ਨਦੀ ਹੈ, ਇਹ ਨਿੰਦਕਾਂ ਅਤੇ ਈਰਖਾਂ ਵਾਲਿਆਂ ਦੇ ਇਸ਼ਨਾਨ ਕਰਨ ਯੋਗ ਨਹੀਂ, ਇਹ ਤਾਂ ਗੁਰੂ ਦੇ ਸਿੱਖਾਂ ਦੇ ਇਸ਼ਨਾਨ ਕਰਨੇ ਯੋਗ ਹੈ। ਇਸੇ ਤਰ੍ਹਾਂ ਸਰੋਤ ਦਰ ਸੋ ਚੱਲ ਕੈ ਸੋ ਪ੍ਰਵਾਹੂ, ਜਿਵੇਂ ਨਦੀ ਜਿਹੜੀ ਹੈ, ਜਿਹਦੇ ਥਾਂ ਚੱਲਦੀ ਜਿੱਥੇ ਉਹ ਦਰਾੜ ਹੁੰਦੀ ਇੱਕ, ਜਿਵੇਂ ਦਰਾੜਾਂ ਵਿੱਚ ਦੀ ਨਦੀ ਦਾ ਪ੍ਰਵਾਹ ਚੱਲ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਸਿੱਖਾਂ ਦੇ ਸਰੋਤ ਕੰਨ ਹੈ, ਕੰਨਾਂ ਦੀ ਜਿਹੜੀਆਂ ਦਰਾਰਾਂ ਹੈ, ਉਹ ਦਰਾਰਾਂ ਦੇ ਵਿੱਚ ਗੁਰੂ ਦੀ ਕੀਰਤੀ ਰੂਪ ਨਦੀ ਦਾ ਤੇਜ ਪ੍ਰਵਾਹ ਚੱਲ ਕੇ ਗੁਰ ਸਾਗਰ ਮਹਿ ਸਥਿਤ ਆਹੂ, ਜਿਵੇਂ ਉਹ ਨਦੀ ਦਰਾੜਾਂ ਵਿੱਚ ਦੀ ਲੰਘਦੀ ਹੋਈ ਤੇ ਸਾਧ ਸੰਗਤ ਜੀ ਸਮੁੰਦਰ ਵਿੱਚ ਜਾ ਕੇ ਟਿਕ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਦੀ ਜਿਹੜੀ ਕੀਰਤੀ ਰੂਪ ਨਦੀ ਹੈ, ਇਹਦਾ ਜਿਹੜਾ ਪ੍ਰਵਾਹ ਹੈ ਸਿੱਖਾਂ ਦੇ ਕੰਨਾਂ ਰੂਪੀ ਦਰਾੜਾਂ ਦੇ ਵਿੱਚ ਦੀ ਲੰਘ ਕੇ ਤੇ ਸਿੱਖਾਂ ਦਾ ਜਿਹੜਾ ਹਿਰਦਾ ਰੂਪੀ ਸਾਗਰ ਹੈ, ਜਿਹੜਾ ਹਿਰਦਾ ਇਹ ਕੀ ਹੈ, ਸਾਗਰ ਹੈ, ਇਹਦੇ ਵਿੱਚ ਇਹ ਸਥਿਤ ਹੋ ਜਾਂਦੀ ਹੈ, ਟਿਕ ਜਾਂਦੀ ਹੈ। ਤਬ ਮਤ ਸੁਖਤਾ ਤਿਹ ਪਰ ਤਰਹੀ, ਤੇ ਤਦ ਜਿਹੜੀ ਬੁੱਧੀ ਰੂਪ ਸਿੱਪੀ ਹੈ ਸਾਧ ਸੰਗਤ ਜੀ, ਉਸ ਟਿਕੇ ਪਾਣੀ ਉੱਤੇ ਤਰ ਪੈਂਦੀ ਹੈ। ਜਿਵੇਂ ਉਹ ਸਿੱਪੀ ਕਿਨਾਰੇ ਦੇ ਪਈ ਹੋਵੇ, ਨਦੀ ਦਾ ਪ੍ਰਵਾਹ ਚੱਲ ਕੇ ਜਾਵੇ ਤੇ ਉਹ ਸਿੱਪੀ ਕੀ ਹੈ, ਸਮੁੰਦਰ ਵਿੱਚ ਤਰਨ ਲੱਗ ਪੈਂਦੀ ਪਾਣੀ ਦੇ ਉੱਪਰ। ਇੱਧਰ ਸਿੱਪੀ ਰੂਪ ਕੀ ਹੈ, ਬੁੱਧੀ ਜਿਹੜੀ ਹਿਰਦੇ ਦੇ ਵਿੱਚ, ਉਹ ਬੁੱਧੀ ਜਿਹੜੀ ਹੈ ਉਹ ਇਸ ਗੁਰੂ ਦੀ ਕੀਰਤੀ ਰੂਪ ਪ੍ਰਵਾਹ ਦੇ ਉੱਪਰ ਚੱਲ ਪੈਂਦੀ ਹੈ। ਪ੍ਰੇਮ ਬੂੰਦ ਕੀ ਲਾਲਸ ਕਰਹੀ, ਬੁੱਧੀ ਰੂਪ ਸਿੱਪੀ ਤਰ ਪੈਂਦੀ ਹੈ ਤੇ ਜਿਵੇਂ ਸਿੱਪੀ ਸਾਧ ਸੰਗਤ ਜੀ ਉਹ ਸਵਾਂਤੀ ਬੂੰਦ ਦੀ ਲਾਲਸਾ ਕਰਦੀ ਹੈ, ਇਵੇਂ ਜਿਹੜੀ ਪ੍ਰੇਮ ਰੂਪੀ ਬੂੰਦ ਹੈ, ਫਿਰ ਉਹ ਬੁੱਧੀ ਰੂਪ ਸਿੱਪੀ ਪ੍ਰੇਮ ਰੂਪੀ ਬੂੰਦ ਦੀ ਆ ਲਾਲਸਾ ਲਾਲਚ ਕਰਦੀ ਹੈ। ਦੋਹਰਾ ਸਵਾਤ ਬੂੰਦ ਜਬ ਪ੍ਰੇਮ ਕੀ, ਇਸ ਤਰ੍ਹਾਂ ਜਿਹੜੀ ਪ੍ਰੇਮ ਦੀ ਆ ਸਵਾਂਤੀ ਬੂੰਦ ਹੈ, ਪਰਸੀ ਤਿਹ ਕੋ ਆਏ, ਜਿਸ ਬੁੱਧੀ ਰੂਪ ਸਿੱਪੀ ਨੂੰ ਸਵਾਂਤੀ ਰੂਪ ਬੂੰਦ ਆ ਪਰਸ ਜਾਂਦੀ ਹੈ, ਭਾਵ ਛੋ ਜਾਂਦੀ ਹੈ। ਹੋਏ ਅਡੋਲ ਤਬ ਬੈਸਹੀ, ਤਦ ਉਹ ਬੁੱਧੀ ਜਿਹੜੀ ਹੈ ਸਾਧ ਸੰਗਤ ਜੀ ਅਡੋਲ ਹੋ ਜਾਂਦੀ ਹੈ। ਹੁਣ ਤੇ ਬੁੱਧੀ ਸਾਡੀ ਹੈ ਨਾ ਚੰਚਲ, ਤੇ ਚੰਚਲਤਾਏ ਕਰਕੇ ਕੋਈ ਨਿਰਣਾ ਨਹੀਂ ਕਰ ਪਾਉਂਦੀ। ਫਿਰ ਉਹ ਬੁੱਧੀ ਜਿਹੜੀ ਚੰਚਲਤਾਏ ਤੋਂ ਹਟ ਜਾਂਦੀ, ਅਡੋਲ ਹੋ ਜਾਂਦੀ ਇੱਕ ਰਸ। ਫਿਰ ਸੁਣ ਕੇ ਗੁਰੂ ਜੀ ਦੀ ਕਥਾ ਤੇ ਨਿਰਣੇ ਕਰੀ ਜਾਂਦੀ ਹੈ, ਸਹੀ ਨਿਰਣੇ ਕਰੀ ਜਾਂਦੀ ਹੈ। ਬੁੱਧੀ ਦਾ ਕੰਮ ਕੀ ਹੈ, ਨਿਰਣਾ ਕਰਨਾ। ਮਨ ਦਾ ਕਰਮ ਹੈ ਗਿਆਨ ਕਰਾਉਣਾ। ਜਿਵੇਂ ਸਾਹਮਣੇ ਕੋਈ ਚੀਜ਼ ਪਈ ਹੈ, ਉਹ ਮਨ ਦੀ ਬਿਰਤੀ ਅੱਖਾਂ ਰਾਹੀਂ ਨਿਕਲੀ, ਉਸ ਚੀਜ਼ ਨੂੰ ਵੇਖਿਆ, ਫਿਰ ਬਿਰਤੀ ਵਾਪਸ ਗਈ ਮਨ ਦੇ ਵਿੱਚ ਪਿਛਾਂਹ ਨੇਤਰ ਰਾਹੀਂ। ਤੇ ਮਨ ਦਾ ਕੰਮ ਕੀ ਹੈ, ਸੰਕਲਪ ਵਿਕਲਪ। ਭਾਵ ਜਿਵੇਂ ਸਾਹਮਣੇ ਇੱਥੇ ਗੁਲਦਸਤਾ ਪਿਆ ਹੈ, ਮਨ ਦੀ ਬਿਰਤੀ ਗੁਲਦਸਤੇ ਵੱਲ ਨਿਕਲੀ, ਗੁਲਦਸਤੇ ਦੇ ਪਈ ਤੇ ਬਾਅਦ ਵਿੱਚ ਪਿਛਾਂਹ ਚਲੇ ਗਈ। ਤੇ ਮਨ ਦਾ ਕੰਮ ਹੈ ਸੰਕਲਪ ਕਰਨਾ ਵੀ ਇਹ ਗੁਲਦਸਤਾ ਹੈ ਕਿ ਨਹੀਂ ਹੈ। ਤੇ ਜਿਹੜਾ ਇੱਕ ਨਿਰਣਾ ਹੋ ਜਾਣਾ ਨਾ ਵੀ ਨਹੀਂ ਹੈ ਤੇ ਜਾਂ ਹੈ, ਇਹ ਬੁੱਧੀ ਦਾ ਕੰਮ ਹੈ। ਤੇ ਇਸੇ ਤਰ੍ਹਾਂ ਜਿਹੜੀ ਬੁੱਧੀ ਰੂਪ ਸਿੱਪੀ ਹੈ, ਸਿੱਪੀ ਰੂਪ ਬੁੱਧੀ ਹੈ ਸਾਧ ਸੰਗਤ ਜੀ, ਉਹ ਫਿਰ ਅਡੋਲ ਹੋ ਕੇ ਬੈਠ ਜਾਂਦੀ ਹੈ। ਜਿਵੇਂ ਸਿੱਪੀ ਵਿੱਚ ਸਵਾਂਤੀ ਬੂੰਦ ਪੈ ਜੇ ਤਾਂ ਉਹ ਸ਼ਾਂਤ ਹੋ ਜਾਂਦੀ ਹੈ, ਇਸੇ ਤਰ੍ਹਾਂ ਬੁੱਧੀ ਵੀ ਸ਼ਾਂਤ ਅਡੋਲ ਹੋ ਕਰਕੇ ਬੈਠ ਜਾਂਦੀ, ਟਿਕ ਜਾਂਦੀ ਹੈ।
ਨਹ ਇਤ ਉਤ ਕੋ ਤਾ। ਫਿਰ ਇਹ ਜਿਹੜੀ ਬੁੱਧੀ ਦੀ ਚੰਚਲਤਾ ਇਹ ਕਰਕੇ ਮਨ ਇੱਧਰ ਉੱਧਰ ਨਹੀਂ ਨੱਠਦਾ ਹੈ, ਬੁੱਧੀ ਚਾਰੇ ਦਸੇ ਦਿਸ਼ਾਵਾਂ 'ਚ ਨਹੀਂ ਦੌੜਦੀ। ਚੌਪਈ ਸਾਕਤ ਖਰ ਨਹ ਮੱਜਨ ਕਰਹੀ। ਹੁਣ ਭਾਈ ਸਾਹਿਬ ਜੀ ਜਿਹੜੇ ਕਥਾ ਸੁਣਨਾ ਨਹੀਂ ਚਾਹੁੰਦੇ, ਸਾਕਤ ਕਈ ਜਿਹੜੇ ਟੁੱਟੇ ਹੋਏ ਲੋਕ ਹੈ, ਵਾਹਿਗੁਰੂ ਨਾਮ ਦੇ ਨਾਲ ਕਦੇ ਮਨ ਨਹੀਂ ਲਾਉਣਾ ਚਾਹੁੰਦੇ, ਕਦੇ ਭੁੱਲ ਕੇ ਵੀ ਆਪਣੇ ਕੰਨੀ ਗੱਲ ਨਹੀਂ ਪੈਣ ਦਿੰਦੇ ਤੇ ਨਾ ਚਾਹੁੰਦੇ ਹੀ ਹੈ। ਉਹ ਸਾਕਤ ਲੋਕ ਜਿਹੜੇ ਹੈ, ਸਾਧ ਸੰਗਤ ਜੀ, ਸਾਕਤ ਪੁਰਖ ਕੀ ਹੈ? ਖੋਤਿਆਂ ਸਮਾਨ ਹੈ। ਜਿਵੇਂ ਖੋਤਾ ਹੁੰਦਾ ਹੈ, ਇਵੇਂ ਉਹ ਰੱਬ ਤੋਂ ਟੁੱਟੇ ਹੋਏ ਲੋਕ ਖੋਤਿਆਂ ਸਮਾਨ ਹੈ। ਨਹਿ ਮੱਜਨ ਕਰਹੀ, ਤੇ ਖੋਤਾ ਕਦੀ ਸਾਧ ਸੰਗਤ ਜੀ ਨਹਾਉਂਦਾ ਨਹੀਂ ਹੈ। ਜਿਹੜਾ ਖੋਤਾ ਹੈ, ਜਿਹੜਾ ਉਹਨੂੰ ਭਾਵੇਂ ਚੰਦਨ ਦਾ ਲੇਪਣ ਕਰ ਦਿਓ, ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਖੋਤੇ ਨੂੰ ਚੰਦਨ ਦਾ ਲੇਪਣ ਕਰ ਦਿਓ, ਉਹਨੂੰ ਸੁਗੰਧੀ ਦੇ ਜਾਂ ਮਤਲਬ ਕੋਈ ਨਹੀਂ ਹੈ। ਉਹ ਖੋਤਾ ਕੀ ਹੈ? ਉਤਾਰ ਦਊਗਾ ਲੇਟ ਕੇ ਚੰਦਨ ਦੇ ਲੇਪਣ ਨੂੰ, ਜਿਹੜਾ ਇੰਨਾ ਮਹਿੰਗਾ ਹੈ। ਕਿਉਂਕਿ ਗਰਦਬ ਪ੍ਰੀਤ ਭਸਮ ਸੰਗ ਹੋਏ। ਖੋਤੇ ਦੀ ਪ੍ਰੀਤੀ ਜਿਹੜੀ ਹੈ ਸਵਾਹ ਨਾਲ ਹੈ, ਰੂੜੀ ਦੇ ਉੱਤੇ ਲੇਟਣ ਦੀ। ਇਸੇ ਤਰ੍ਹਾਂ ਜਿਹੜੇ ਸਾਕਤ ਪੁਰਸ਼ ਹੈ ਉਹ ਖੋਤਿਆਂ ਸਮਾਨ ਹੈ। ਗੁਰੂ ਦੀ ਜਿਹੜੀ ਕੀਰਤੀ ਰੂਪ ਨਦੀ ਹੈ, ਉਹ ਇਹਦੇ ਵਿੱਚ ਇਸ਼ਨਾਨ ਨਹੀਂ ਕਰ ਸਕਦੇ। ਵਿਸ਼ੈ ਠੋਰ ਦੁਰਗੰਧ ਹੈ ਫਿਰਹੀ। ਉਹ ਗੁਰੂ ਦੀ ਜਿਹੜੀ ਕਥਾ ਹੈ ਇਹ ਇੰਨੀ ਮਹਾਨ, ਉਹ ਨਹੀਂ ਸੁਣ ਸਕਦੇ, ਕਿਉਂਕਿ ਉਹਨਾਂ ਦਾ ਕੰਮ ਹੀ ਹੈ, ਜਿਵੇਂ ਖੋਤੇ ਦਾ ਕੰਮ ਹੈ ਰੂੜੀ 'ਤੇ ਜਾਣਾ, ਤੇ ਰੂੜੀ 'ਤੇ ਜਾ ਕੇ ਤੇ ਲੇਟੀ ਜਾਣਾ, ਤੇ ਖੋਤਾ ਇਸ਼ਨਾਨ ਨਹੀਂ ਕਰਦਾ ਹੈ। ਇਵੇਂ ਜਿਹੜੇ ਰੱਬ ਤੋਂ ਟੁੱਟੇ ਹੋਏ ਲੋਕ ਹੈ, ਕਿਤੇ ਗੁਰੂ ਦੀ ਕਥਾ ਵਿੱਚ ਕੀਰਤ ਵਿੱਚ ਮਨ ਨਹੀਂ ਲਾਉਣਾ ਚਾਹੁੰਦੇ। ਭਾਈ ਸਾਹਿਬ ਜੀ ਕਹਿੰਦੇ ਹੈ ਕਿ ਉਹ ਖੋਤਿਆਂ ਦੀ ਨਿਆਏ ਜਿਵੇਂ ਉਹ ਲੋਕ ਹੈ, ਤੇ ਸਾਗਤ ਪੁਰਸ਼ ਆ ਵਿਸ਼ੇ ਦੀਆਂ ਥਾਵਾਂ 'ਤੇ ਭੱਜਦੇ ਹੈ, ਉਧਰ ਭੱਜੇ ਫਿਰਦੇ ਹੈ, ਤੇ ਦੁਰਗੰਧ ਹੈ। ਜਿਵੇਂ ਖੋਤਾ ਉਹ ਰੂੜੀ ਤੋਂ ਗੰਦੀ ਬਾਸ ਲੈਂਦਾ, ਸੁਗੰਧੀ ਨਹੀਂ ਲੈਣਾ ਚਾਹੁੰਦਾ, ਇਵੇਂ ਸਾਗਤ ਲੋਕ ਉਹ ਵਿਸ਼ਿਆਂ ਦੀ ਥਾਂ ਤੋਂ ਦੁਰਗੰਧ ਪਾ ਕੇ ਬੜੇ ਖੁਸ਼ ਹੁੰਦੇ ਹੈ। ਭਾਵ ਜਿੱਥੇ ਆ ਮੰਡਲੀ ਖਲੋ ਕੇ ਤੇ ਗੱਲਾਂ ਕਰੇ ਨਾ ਵਿਕਾਰਾਂ ਦੀਆਂ, ਉਲਟੀਆਂ ਗੱਲਾਂ ਕਰਨ, ਉੱਥੇ ਉਹਨਾਂ ਦਾ ਮਨ ਲੱਗਦਾ ਹੈ। ਉੱਥੇ ਖਲੋ ਕੇ ਗੱਲਾਂ ਕਰਦੇ, ਤਾੜੀ ਤੇ ਤਾੜੀ ਮਾਰ ਮਾਰ ਹੱਸਦੇ ਹੋ, ਤੇ ਗੁਰੂ ਦੀ ਕਥਾ ਵੱਲ ਤੇ ਭੁੱਲ ਕੇ ਵੀ ਨਹੀਂ ਆਉਂਦੇ। ਇਵੇਂ ਉਹ ਖੋਤਿਆਂ ਦੀ ਨਿਆਈ ਵਿਸ਼ੇ ਦੀਆਂ ਥਾਵਾਂ 'ਤੇ ਦੁਰਗੰਧ ਲੈਣ ਵਾਸਤੇ ਭੱਜੇ ਫਿਰਦੇ ਹਨ। ਜਿਉ ਕਿਉ ਤੇ ਬਨ ਜਾਏ ਸੰਜੋਗੂ। ਤੇ ਉਹ ਫਿਰ ਸਾਕਤ ਲੋਕ ਇਹੋ ਜਿਹੇ ਹੈ, ਕਹਿੰਦੇ ਜੇ ਉਹਨਾਂ ਦਾ ਕਿਤੇ ਜਿਵੇਂ ਕਿਵੇਂ ਵੀ ਕਰਕੇ ਕਿਤੇ ਸੰਜੋਗ ਬਣ ਜਾਏ ਕਥਾ ਵਿੱਚ ਆਉਣ ਦਾ, ਕਿ ਉਹਦਾ ਮਿੱਤਰ ਕੋਈ ਮਾਨੋ ਗੁਰੂ ਘਰ ਰੋਜ਼ ਆਉਂਦਾ ਹੈ, ਤੇ ਉਹ ਕਿਤੇ ਖਲੋਤੇ ਨੂੰ ਕਹਿ ਦੇ ਵੀ ਚੱਲ ਆ ਤੈਨੂੰ ਆ ਕਿਤੇ ਗੁਰੂ ਘਰ ਕਿਤੇ ਕਥਾ ਵੀ ਸੁਣ ਲਾ, ਉਹ ਨਹੀਂ ਆਉਂਦਾ। ਪਰ ਧੱਕੇ ਨਾਲ ਹੀ ਜੇ ਕਿਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਸੰਜੋਗ ਬਣ ਜਾਵੇ, ਉਹਦਾ ਸੱਜਣ ਮਿੱਤਰ ਨੂੰ ਧੱਕੇ ਨਾਲ ਹੀ ਗੁਰੂ ਕੀ ਸੰਗਤ ਵਿੱਚ ਲੈ ਆਵੇ। ਹੋਤ ਗੁੜਾਕਾ ਤਿੰਨ ਤਨ ਰੋਗੂ। ਉਹਨਾਂ ਸਾਗਤ ਖੋਤਿਆਂ ਦਾ ਕਹਿੰਦੇ ਜਿਹੜਾ ਰੋਗ ਹੈ ਨਾ, ਉਹ ਰੋਗ ਦੇ ਵਿੱਚ ਗੁੜਾਕਾ ਹੋ ਜਾਂਦਾ, ਭਾਵ ਉਹਨਾਂ ਨੂੰ ਗਾੜੀ ਨੀਂਦ ਆ ਜਾਂਦੀ ਹੈ ਇੱਥੇ ਸੰਗਤ ਵਿੱਚ ਆ ਕੇ ਵੀ। ਉਹ ਸੰਗਤ ਵਿੱਚ ਆ ਕੇ ਵੀ ਉਹ ਮਨਮੁਖ ਲੋਕ, ਰੱਬ ਤੋਂ ਟੁੱਟੇ ਲੋਕ ਆ ਸੌਂ ਜਾਂਦੇ ਆ, ਸਿਰ ਜਿਹੜਾ ਆਪਣਾ ਗੋਡਿਆਂ ਵਿੱਚ ਦੇ ਲੈਂਦੇ ਹੈ। ਇੱਥੇ ਆਇਆ ਵੀ ਕੁੱਖ ਨਹੀਂ ਖੜਦੇ, ਕੁਝ ਨਹੀਂ ਲੈ ਕੇ ਜਾਂਦੇ। ਤੇ ਵੇਖ ਲਓ ਭਾਈ ਸਾਹਿਬ ਜੀ ਨੇ ਕਿੰਨਾ ਅਨੁਭਵ ਨਾਲ ਉਹ ਜੋ ਬਚਨ ਕਿਹਾ, ਤੇ ਹੈ ਵੀ ਸੱਚ ਆ ਵੀ ਜਿਹੜੇ ਸਾਕਤ ਲੋਕ ਹੈ, ਖੋਤੇ ਦੀ ਨਿਆਈ ਹੈ, ਗੁਰੂ ਦੀ ਕੀਰਤੀ ਰੂਪ ਵਿੱਚ ਉਹ ਇਸ਼ਨਾਨ ਨਹੀਂ ਕਰ ਸਕਦੇ। ਜੇ ਕਿਤੇ ਸੰਜੋਗ ਬਣ ਵੀ ਜਾਵੇ ਕਿਸੇ ਗੁਰਮੁਖ ਪਿਆਰੇ ਦੀ ਵਜ੍ਹਾ ਨਾਲ,
ਉਹ ਇੱਥੇ ਆ ਕੇ ਵੀ ਉਹਨਾਂ ਦੇ ਸਰੀਰ ਵਿੱਚ ਰੋਗ ਹੈ ਕਿ ਉਹ ਅੱਖਾਂ ਬੰਦ ਕਰਕੇ ਤੇ ਐ ਗੁੜਾਕਾ ਗੂੜੀ ਨੀਂਦ ਵਿੱਚ ਹੀ ਸੌਂ ਜਾਂਦੇ ਹੈ। ਇਹੋ ਜਿਹੇ ਕਈ ਲੋਕ ਹੈ ਜਿਹੜੇ ਆ ਸੰਗਤ ਦੇ ਵਿੱਚ ਹੀ ਉਹ ਘਰਾੜੇ ਜੇ ਮਾਰਨ ਲੱਗ ਪੈਂਦੇ ਹੈ। ਸੋਰਠਾ ਸਰਤਾ ਤਟ ਸਤ ਸੰਗ ਪਾਏ। ਸ਼ਰਾਮ ਸਤ ਸੰਗ ਤੇ ਹੈ। ਸਰਤਾ ਤਟ ਸਤ ਸੰਗ, ਜਿਹੜੀ ਗੁਰੂ ਦੀ ਕੀਰਤੀ ਰੂਪ ਨਦੀ ਹੈ ਤੇ ਸਾਧ ਸੰਗਤ ਜੀ ਜਿਹੜਾ ਸਤ ਸੰਗ ਰੂਪ ਆ ਕਿਨਾਰਾ, ਜੇ ਇਸ ਕਿਨਾਰੇ ਦੇ ਪਾਸ ਉਹ ਆ ਵੀ ਜਾਣ, ਪਾਏ ਨਾ ਸ਼ਰਵਨ ਸਨਾਨ ਭਾ। ਉਹ ਇੱਥੇ ਆ ਕੇ ਵੀ ਸਾਧ ਸੰਗਤ ਜੀ ਸਰਵਣ ਨਹੀਂ ਕਰ ਸਕਦੇ। ਸਰਵਣ ਉਹਨਾਂ ਦੇ ਕੰਨਾਂ 'ਚ ਪੈਂਦਾ ਨਹੀਂ। ਇੱਥੇ ਵਿਚਾਰੇ ਆ ਤੇ ਗਏ, ਧੱਕੇ ਨਾਲ ਕੋਈ ਲੈ ਵੀ ਆਇਆ ਵੀ ਆ ਤੈਨੂੰ ਗੁਰਦੁਆਰਾ ਸਾਹਿਬ ਖੜੀਏ, ਇੱਥੇ ਆ ਗਿਆ ਤੇ ਪਰ ਪਾਏ ਨਾ ਸਰਵਣ, ਉਹ ਫੇਰ ਵੀ ਨਹੀਂ ਸਾਧ ਸੰਗਤ ਜੀ ਸੁਣਦਾ ਇੱਥੇ ਆ ਕੇ। ਇਹੋ ਜਿਹੇ ਤੇ ਆਪਾਂ ਹੀ ਆ, ਕਿਸੇ ਨੂੰ ਕੀ ਕਹਿਣਾ, ਨਹੀਂ ਸੁਣਿਆ ਜਾਂਦਾ। ਤੇ ਉਹ ਅਸੀਂ ਸਮਝ ਲਈਏ ਵੀ ਸਾਡੀ ਫਿਰ ਕਿਹੋ ਜਿਹੀ ਹਾਲਤ ਹੈ। ਉਹ ਸਰਵਣ ਨਹੀਂ ਪਾਉਂਦੇ ਤੇ ਇਸ਼ਨਾਨ ਭਾ। ਫਿਰ ਗੁਰੂ ਦੀ ਜਿਹੜੀ ਕੀਰਤੀ ਰੂਪ ਨਦੀ ਹੈ ਸਾਧ ਸੰਗਤ ਜੀ, ਉਹਦੇ ਵਿੱਚ ਇਸ਼ਨਾਨ ਕਿੱਥੋਂ ਹੋਵੇ ਜਦੋਂ ਸਰਵਣ ਨਹੀਂ ਕੀਤਾ, ਕੁਝ ਸੁਣਿਆ ਹੀ ਨਹੀਂ ਹੈ ਵੀ ਕੀ ਗੁਰੂ ਜੀ ਕਹਿ ਰਹੇ ਹੈ, ਗੁਰੂ ਜੀ ਦਾ ਕਿਹੜਾ ਕੌਤਕ ਸੀ, ਕੀ ਕੀਤਾ ਅੱਜ, ਤੇ ਸੁਣਿਆ ਹੀ ਨਹੀਂ। ਕੰਨਾਂ ਵਿੱਚ ਬੈਠੇ ਤੇ ਭਾਵੇਂ ਰਹੇ ਆ, ਤੇ ਉਹਨਾਂ ਨੂੰ ਗੁਰੂ ਦੀ ਕੀਰਤੀ ਰੂਪ ਨਦੀ ਵਿੱਚ ਇਸ਼ਨਾਨ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਕੰਨਾਂ ਨਾਲ ਉਹ ਸਰਵਣ ਨਹੀਂ ਕਰ ਸਕੇ ਬੈਠ ਕੇ ਵੀ। ਗੁਰ ਜਸ ਗੋਡੂ ਰੰਗ, ਗੁਰ ਜਸ ਗੂਢੋ ਰੰਗ, ਗੁਰੂ ਦਾ ਜਿਹੜਾ ਜਸ ਹੈ ਭਾਈ, ਇਹਦੇ ਗੂੜੇ ਰੰਗ, ਗੂੜੇ ਪ੍ਰੇਮ ਵਾਲਾ ਹੈ। ਰੰਗਿਓ ਨਾ ਮਨ ਦਹ ਦਿਸ ਫਿਰਿਓ। ਉਹਨਾਂ ਦਾ ਰੰਗ, ਉਹਨਾਂ ਦਾ ਮਨ ਸਾਧ ਸੰਗਤ ਜੀ, ਉਹ ਗੁਰੂ ਦੇ ਜਿਹੜਾ ਜਸ ਹੈ, ਪ੍ਰੇਮ ਬੜਾ ਰੰਗ, ਗੂੜਾ ਰੰਗ ਹੈ, ਜਿਹੜਾ ਨਾਮ ਰੰਗ ਕਦੇ ਉਤਰ ਨਾ ਜਾਏ। ਤੇ ਉਹਦੇ ਵਿੱਚ ਉਹਨਾਂ ਦਾ ਮਨ ਰੰਗਿਆ ਹੀ ਨਹੀਂ ਗਿਆ। ਤੇ ਮਨ ਤੇ 10 ਦਿਸ਼ਾ 'ਚ ਫਿਰਦਾ ਸੀ। ਇੱਥੇ ਦਰਬਾਰ 'ਚ ਬੈਠਿਆਂ ਵੀ, ਤੇ ਜੇ ਕਿਤੇ ਉਹ ਬਹਿ ਵੀ ਜਾਣ ਨਾ ਸਾਧ ਸੰਗਤ ਜੀ, ਉਹ ਬੈਠੇ ਬੈਠੇ ਬੜਾ ਕੀ ਕਰਦੇ ਐ, ਇੱਧਰ ਉੱਧਰ ਵੇਖੀ ਜਾਂਦੇ ਐ, ਇੱਧਰ ਉੱਧਰ ਵੇਖੀ ਜਾਂਦੇ ਐ। ਤੇ ਜੇ ਕੋਈ ਲੰਘਦਾ ਤੇ ਉਸੇ ਵੇਲੇ ਆਹ ਕੌਣ ਲੰਘ ਗਿਆ ਹੈ, ਜੇ ਬਾਹਰ ਕੁਝ ਹੋ ਰਿਹਾ ਆਹ ਕੀ ਹੋ ਰਿਹਾ ਹੈ। ਜਿਹਦਾ ਧਿਆਨ ਹੈ ਉਹਨੂੰ ਨਾ ਬਾਹਰ ਸੁਣਦਾ ਹੈ, ਨਾ ਸਾਧ ਸੰਗਤ ਜੀ ਬਾਹਰ ਹੀ ਬੰਦਾ, ਅੰਦਰ ਹੀ ਬੰਦਾ ਦਿਖਦਾ ਹੈ। ਇੱਕ ਇਹ ਵੀ ਖਾਸ ਗੱਲ ਹੈ ਸਾਧ ਸੰਗਤ ਜੀ, ਗੁਰੂ ਕੇ ਦਰਬਾਰ 'ਚ ਹੋਈਏ ਭਾਵੇਂ ਬਾਹਰ ਹੋਈਏ, ਜਿਹੜੀ ਮਨ ਦੀ ਬਿਰਤੀ, ਜਿਹੜਾ ਕੰਨ ਹੈ, ਉਹ ਜਿਹੜੇ ਵੱਲ ਆਪਾਂ ਧਿਆਨ ਕੀਤਾ ਗੱਲ ਵੱਲ ਉੱਧਰ ਹੋਣਾ ਚਾਹੀਦਾ ਹੈ। ਤੇ ਇਹ ਸਾਡੇ ਨਾਲ ਆਮ ਹੀ ਗੱਲਾਂ ਵਰਤਦੀਆਂ ਹੈ ਕਿ ਅਸੀਂ ਦਰਬਾਰ 'ਚ ਤੇ ਬੈਠੇ ਹੁੰਦੇ ਹਾਂ, ਆਪ ਨਹੀਂ ਸੁਣਦੇ, ਕਿਸੇ ਵੇਲੇ ਬਾਹਰਲਾ ਬੰਦਾ ਸੁਣ ਲੈਂਦਾ ਗੱਲ, ਫਿਰ ਉਹ ਅਗਲਾ ਕਹਿੰਦਾ ਵੀ ਅੱਜ ਇਹੋ ਜਿਹੀ ਗੱਲ ਹੋ ਰਹੀ ਸੀ, ਅੱਜ ਤੂੰ ਗਿਆ ਸੀ ਕਥਾ ਵਿੱਚ, ਕੀ ਸੁਣਿਆ, ਕੀ ਹੋਇਆ ਅੱਗੇ? ਉਹ ਕਹਿੰਦਾ ਹਾਂ ਮੈਂ ਗਿਆ ਤਾਂ ਹੈ ਸੀ, ਉਹ ਪਰ ਉਦੋਂ ਮੇਰਾ ਧਿਆਨ ਨਹੀਂ ਸੀ, ਮੈਨੂੰ ਨੀਂਦ ਆ ਗਈ ਸੀ। ਤੇ ਐਵੇਂ ਉਹ ਜਿਹੜਾ ਬਾਹਰ ਬੈਠਾ ਉਹ ਤੇ ਸੁਣ ਲੈਂਦਾ ਹੈ, ਪਰ ਜਿਹੜਾ ਅੰਦਰ ਬੈਠਾ ਉਹ ਬੈਠਾ ਹੋਇਆ ਵੀ ਨਹੀਂ ਬੈਠਾ ਹੈ। ਤੇ ਇਹ ਕਾਰਨ ਕੀ ਹੈ ਸਾਧ ਸੰਗਤ ਜੀ? ਸਾਖਤ ਪੁਣਾ ਹੈ। ਨਹੀਂ ਤੇ ਗੁਰੂ ਦੀ ਹੋਵੇ ਕਥਾ, ਕਦੀ ਕੰਨ ਮੁੜ ਸਕਦੇ ਹੈ, ਗੁਰੂ ਦੀ ਹੋਵੇ ਕਥਾ ਤੇ ਕਦੀ ਅਸੀਂ ਭੱਜ ਸਕਦੇ ਹਾਂ, ਕਦੀ ਨਹੀਂ। ਇਹ ਕਿਉਂਕਿ ਗੁਰੂ ਦੀ ਜਿਹੜੀ ਕਥਾ ਹੈ, ਇਹ ਤੇ ਮਨ ਬਿਰਤੀ ਇਕਾਗਰ ਕਰਕੇ, ਸ਼ਾਂਤ ਚਿੱਤ ਕਰਕੇ, ਉਸ ਸਮੇਂ ਵਾਸਤੇ ਜਿੰਨਾ ਚਿਰ ਬੈਠਣਾ ਹੈ, 10 ਮਿੰਟ 1 ਘੰਟਾ, ਉਹਨਾਂ ਚਿਰ ਕੋਈ ਬਿਰਤੀ ਦੂਜੇ ਪਾਸੇ ਨਹੀਂ ਜਾਣੀ ਚਾਹੀਦੀ। ਤੇ ਭਾਈ ਸਾਹਿਬ ਜੀ ਨੇ ਇੱਥੇ ਵੇਖੋ ਕਿੰਨਾ ਖੁਲਾਸਾ ਕੀਤਾ, ਕੋਈ ਆਪਣੀ ਗੱਲ ਤੇ ਹੈ ਨਹੀਂ ਕਿ ਜਾਂ ਵੀ ਆਪਣੇ ਕੋਲੋਂ ਘੜ ਕੇ ਤੇ ਬੋਲੀ ਜਾ ਰਹੇ ਆ। ਇੱਥੇ ਲਿਖਿਆ ਹੈ ਵੀ ਗੁਰੂ ਜਸ, ਗੁਰ ਜਸ ਗੂਢੋ ਰੰਗ, ਗੁਰੂ ਦਾ ਜਿਹੜਾ ਜਸ ਭਾਈ ਤੇ ਗੂੜਾ ਰੰਗ, ਪ੍ਰੇਮ ਰੰਗ ਹੈ। ਤੇ ਰੰਗਿਓ ਨਾ ਮਨ, ਉਹ ਸਾਗਤਾਂ ਦਾ ਮਨ ਕਦੇ ਰੰਗਿਆ ਨਹੀਂ ਗਿਆ। ਤੇ ਦਹਿ ਦਿਸ ਫਿਰਿਓ, ਮਨ ਵਿਚਾਰਿਆਂ ਦਾ 10 ਦਿਸ਼ਾ 'ਚ ਫਿਰਦਾ ਰਿਹਾ ਗੁਰੂ ਦਰਬਾਰ 'ਚ ਬੈਠ ਕੇ ਵੀ। ਤੇ ਉੱਥੇ ਸਾਧ ਸੰਗਤ ਜੀ ਦਰਬਾਰ 'ਚ ਬੈਠਿਆਂ ਵੀ
ਕੀ ਹਾਲਤ ਹੋ ਜਾਂਦੀ ਹੈ, ਕਦੀ ਇੱਧਰ ਵੇਖਣਾ ਕਦੀ ਉੱਧਰ ਵੇਖਣਾ। ਅਤੇ ਜਿਨ੍ਹਾਂ ਦੇ ਮਨ ਦੀ ਬਿਰਤੀ ਇਕਾਗਰ ਹੈ ਉਹਨਾਂ ਨੂੰ ਇੱਕ ਇੱਕ ਗੱਲ ਸੁਣਦੇ ਹੈ ਅਤੇ ਉਹਨਾਂ ਨੂੰ ਸਮਝ ਪੈਂਦੀ ਹੈ। ਅਤੇ ਜੇ ਮਨ ਦੀ ਬਿਰਤੀ ਇਕਾਗਰ ਨਹੀਂ ਹੈ, ਭਾਵੇਂ ਲਾਗੇ ਕਿੰਨੇ ਸਪੀਕਰ ਲੱਗੇ ਹੋਣ, ਕਿੰਨੀਆਂ ਆਵਾਜ਼ਾਂ ਹੋਣ, ਉਹ ਅਸਰ ਨਹੀਂ ਕਰਦੀਆਂ। ਹੁਣ ਆਪਣੇ ਇੱਥੇ ਸਪੀਕਰ ਲੱਗੇ ਹੈ, 10 ਪਿੰਡਾਂ 'ਚ ਉਹਦੀ ਆਵਾਜ਼ ਜਾ ਰਹੀ ਹੈ। ਹੋ ਸਕਦਾ ਕੋਈ ਦੂਸਰੇ ਪਿੰਡ ਵਿੱਚ ਸੁਣ ਰਿਹਾ ਹੈ, ਪਰ ਪਿੰਡ ਵਿੱਚ ਬੈਠੇ ਨਹੀਂ ਕਈ ਸੁਣ ਰਹੇ। ਅਤੇ ਉਹਦਾ ਕਾਰਨ ਕੀ ਹੈ? ਬਿਰਤੀ ਨਹੀਂ ਇੱਧਰ। ਬਿਰਤੀ ਮਤਲਬ ਜਿੱਧਰ ਲੱਗੀ ਉੱਧਰ ਲੱਗੀ ਹੈ। ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਧ ਸੰਗਤ ਜੀ ਸੁਣਿਆ ਜਾਂਦਾ ਹੈ। ਇਵੇਂ ਜਿਹੜੀ ਸਰਤਾ ਤੱਟ ਸਤਸੰਗ ਗੁਰੂ ਦੀ ਕੀਰਤੀ ਰੂਪ ਨਦੀ ਦਾ ਜਿਹੜਾ ਸਤਸੰਗ ਕਿਨਾਰਾ, ਜਿਸ ਕਿਨਾਰੇ 'ਤੇ ਉਹ ਆ ਵੀ ਜਾਣ, ਪਾਏ ਨਾ ਸਰਵਣ, ਉਹ ਕੰਨਾਂ ਵਿੱਚ ਸਰਵਣ ਨਹੀਂ ਪਾਉਂਦੇ, ਸੁਣਦੇ ਨਹੀਂ ਹੈ। ਅਤੇ ਇਸ਼ਨਾਨ ਪਾਓ, ਕੀਰਤੀ ਰੂਪ ਨਦੀ ਵਿੱਚ ਇਸ਼ਨਾਨ ਨਹੀਂ ਹੁੰਦਾ। ਅਤੇ ਗੁਰੂ ਦਾ ਭਾਈ ਜਿਹੜਾ ਜਾਸੇ ਦੇ ਗੂੜਾ ਰੰਗ ਹੈ, ਅਤੇ ਰੰਗਿਓ ਨਾ ਮਨ, ਉਹਨਾਂ ਦਾ ਮਨ ਰੰਗਿਆ ਨਹੀਂ ਜਾਂਦਾ, ਦਹਿ ਦਿਸ ਵਿੱਚ ਫਿਰਦਾ ਰਹਿੰਦਾ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ। ਪੜ੍ਹਦੇ ਅੱਗੇ। ਮੰਗਲਾ ਚਰਨ ਨਾਮ ਮਹਿਮਾ ਵਰਨਨ ਨਾਮ ਪ੍ਰਥਮੋ ਧਿਆਏ। ਇੱਥੇ ਸਾਧ ਸੰਗਤ ਜੀ ਇਤੀ ਕਹੀਏ, ਇੱਥੇ ਸ਼੍ਰੋਮਣੀ ਜੋ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਇਹਦਾ ਪੂਰਬਾਰ ਦੇ ਜਿਹੜਾ ਪਹਿਲਾ ਹਿੱਸਾ, ਪਹਿਲੇ ਭਾਗ ਦਾ ਮੰਗਲਾ ਚਰਨ, ਗੁਰੂ ਨਾਨਕ ਪ੍ਰਕਾਸ਼ ਦਾ ਜਿਹੜਾ ਪਹਿਲਾ ਹਿੱਸਾ, ਜਿਹਦੇ ਵਿੱਚ ਮੰਗਲਾ ਚਰਨ ਭਾਵ ਸਤਿਗੁਰਾਂ ਦੇ ਮੰਗਲ ਕੀਤੇ ਦਸੇ ਗੁਰੂ ਸਾਹਿਬਾਨਾਂ ਦੇ, ਅਤੇ ਨਾਮ ਮਹਿਮਾ ਵਰਣਨ, ਜਿਹਦੇ ਵਿੱਚ ਵਾਹਿਗੁਰੂ ਗੁਰਮੰਤਰ ਨਾਮ ਦੀ ਮਹਿਮਾ ਵਰਣਨ ਕੀਤੀ ਹੈ। ਨਾਮ ਪ੍ਰਥਮੋ ਧਿਆਏ, ਜਿਸ ਅਧਿਆਏ ਦਾ ਨਾਮ ਪਹਿਲਾ ਹੈ, ਇਤੀ ਕਹੀਏ ਇੱਥੇ ਸਮਾਪਤੀ ਹੈ। ਇੱਥੇ ਪਹਿਲਾ ਅਧਿਆਏ ਜਿਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ, ਸਾਧ ਸੰਗਤ ਜੀ, ਇਹ ਮੰਗਲ ਹੀ ਮੰਗਲ ਕੀਤੇ ਸਨ ਅਤੇ ਨਾਮ ਦਾ ਮਹਾਤਮ ਦਰਸਾਇਆ ਸੀ। ਥੋੜ੍ਹਾ ਜਿਹਾ ਕਥਾ ਬਾਰੇ ਦੱਸਿਆ ਵੀ ਮੈਂ ਇਹ ਕਥਾ ਇੱਕ ਦੋਰੇ ਵਿੱਚ, ਇੱਕ ਚੌਪੀ ਦੇ ਵਿੱਚ ਹੀ ਉਹ ਸਾਰਾ ਹੀ ਦੱਸ ਦਿੱਤਾ ਵੀ ਆਹ ਕਥਾ ਅਸੀਂ ਪੂਰੇ ਗ੍ਰੰਥ ਵਿੱਚ ਕਹਾਂਗੇ। ਸਰੋਤੇ ਜਾਂ ਜਿਹੜੇ ਗੁਰਮੁਖ ਪਿਆਰੇ ਹੈ, ਉਹ ਤਾਂ ਗੁਰੂ ਰੂਪੀ ਜਿਹੜੀ ਕੀਰਤੀ ਦੀ ਨਦੀ ਵਿੱਚ ਇਸ਼ਨਾਨ ਕਰਨਗੇ, ਸੁੱਖ ਪਾਉਣਗੇ ਕਥਾ ਨੂੰ ਸੁਣ ਕੇ। ਨਿੰਦਕ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਰੋਧੀ ਹੈ, ਜਿਨ੍ਹਾਂ ਨੂੰ ਗੁਰੂ ਨਾਲ ਈਰਖਾ ਹੈ, ਪ੍ਰੇਮ ਨਹੀਂ ਹੈ, ਉਹ ਐਸੇ ਜਸ ਨੂੰ ਸੁਣ ਕੇ ਸਾਧ ਸੰਗਤ ਜੀ ਹੋਰ ਸੜਨਗੇ, ਮੱਚਣਗੇ। ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਭਾਉਂਦੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਕਿੰਨੇ ਕੌਤਕ ਕੀਤੇ, ਉਹਨਾਂ ਨੂੰ ਭਾਉਂਦੇ ਨਹੀਂ ਹੈ। ਅਸੀਂ ਦੂਰ ਕੀ ਜਾਣਾ ਹੈ, ਸਾਡੇ ਆਪਣੇ ਉਹ ਵੇਖਿਓ ਕਈ ਕਹਿੰਦੇ ਵੀ ਇਹ ਜਿਹੜਾ ਇਤਿਹਾਸ ਨਹੀਂ ਸੁਣਨਾ ਚਾਹੀਦਾ, ਇਹਦੇ ਵਿੱਚ ਤਾਂ ਰੌਲਾ ਪਿਆ ਹੋਇਆ। ਐਵੇਂ ਉਹਨਾਂ ਦਾ ਆਪਣਾ ਹੀ ਉਹ ਹੈ, ਨਾ ਉਹ ਇਹ ਕਥਾ ਸੁਣਦੇ ਹੈ ਨਾ ਇਹ ਪੜ੍ਹਦੇ ਹੈ। ਪਰ ਜਿਹੜੇ ਸੁਣਦੇ ਹੈ ਸਾਧ ਸੰਗਤ ਜੀ, ਉਹਨਾਂ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਭਾਈ ਸੰਤੋਖ ਸਿੰਘ ਜੀ ਨੇ ਕਿੰਨੀ ਸ਼ਰਧਾ ਨਾਲ, ਕਿੰਨੀ ਅਥਾਹ ਅਤੇ ਕਿੰਨੀ ਡੂੰਘੀ ਕਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲਿਖੀ ਹੈ। ਜਿਹੜੇ ਸੁਣਦੇ ਧਿਆਨ ਨਾਲ, ਜਿਵੇਂ ਜਿਵੇਂ ਗੁਰੂ ਜੀ ਨੇ ਲੀਲਾ ਕੀਤੀ ਹੈ, ਬਚਪਨ ਤੋਂ ਲੈ ਕੇ ਅਤੇ ਅੰਤਲੇ ਜੋਤੀ ਜੋ ਸਮਾਉਣ ਤੱਕ, ਉਹ ਐਵੇਂ ਦ੍ਰਿਸ਼ ਜਿਹੜੇ ਅੱਗੇ ਪ੍ਰਗਟ ਹੁੰਦੇ ਹੈ। ਮਹਾਰਾਜ ਕਿਰਪਾ ਕਰਨ, ਕੱਲ੍ਹ ਤੋਂ ਜਿਹੜਾ ਦੂਸਰਾ ਅਧਿਆਏ ਆਰੰਭ ਹੋਵੇਗਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਆਰੰਭ ਹੋਵੇਗੀ। ਜਿਵੇਂ ਭਾਈ ਬਾਲਾ ਜਿਹੜੇ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣਗੇ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਹ ਜੀਵਨ ਦੀ ਜਿਹੜੀ ਪੱਤਰੀ ਲਿਆਉਣਗੇ ਅਤੇ ਸਾਰੀ ਕਥਾ ਅੱਗੇ ਤੋਂ ਅੱਗੇ ਸੁਣਾਉਣਗੇ। ਉਹ ਆਪਾਂ ਲੜੀਵਾਰ ਰੂਪ ਵਿੱਚ ਹੀ ਗੁਰੂ ਦੀ ਕਿਰਪਾ ਨਾਲ ਸਰਵਣ ਕਰਦੇ ਜਾਵਾਂਗੇ। ਹੁਣ ਇੱਥੇ ਜਿਹੜੀ ਹੈ ਇਸ ਪਹਿਲੇ ਅਧਿਆਏ ਦੀ ਸਮਾਪਤੀ ਹੋ ਗਈ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਸਰਤਾ ਤਟ ਸਤ ਸੰਗ, ਪਾਏ ਨਾ ਸ਼ਰਵਨ ਸਨਾਨ ਭਾਗ।
ਗੁਰ ਜਸ ਗੂਡੋ ਰੰਗ ਰੰਗਿਓ। ਰੰਗ ਦੇ ਵਿਸ਼ਰਾਮ। ਗੁਰ ਜਸ ਗੂਡੋ ਰੰਗ ਰੰਗਿਓ, ਨਾ ਮਨ ਦਹਿ ਦਿਸ ਫਿਰਿਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਪਾਰ ਦੇ। ਮੰਗਲਾ ਚਰਨ ਨਾਮ ਮਹਿਮਾ ਵਰਨਨ, ਨਾਮ ਪ੍ਰਥਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਬਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।